ਕਿੰਨਵੀਂ ਪੌੜੀ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਕਿੰਨਵੀਂ ਪੌੜੀ? ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਗਿਆਨੀ ਜੀ ਕਿੰਨਵੀਂ ਜਿਵੇਂ ਪੌੜੀ ਕਿ ਆ? ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਭਗਤ ਕਬੀਰ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਸ਼ੁਰੂ ਕੀਤੀ ਹੋਈ ਹੈ। ਅੱਜ ਜੋ ਅਸੀਂ ਇਸ ਪਾਵਨ ਸ਼ਲੋਕ ਜਿਸ ਦੀ ਵਿਚਾਰ ਆਰੰਭ ਕਰ ਰਹੇ ਹਾਂ, ਇਹ 26 ਨੰਬਰ ਸ਼ਲੋਕ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਜਿਹੜਾ ਹੈ 1365 1365 ਔਰ ਸ਼ਲੋਕ ਨੰਬਰ ਹੈਗਾ 26। ਕਬੀਰ ਜਗ ਕਾਜਲ ਕੀ ਕੋਠਰੀ ਅੰਧ ਭਰੇ ਤਿਸ ਮਾਹੇ, ਇਹ ਸ਼ਲੋਕ ਦੀ ਪਹਿਲੀ ਪੰਕਤੀ ਹੈ। ਤਾਂ ਆਓ ਅਸੀਂ ਬੜੇ ਪਿਆਰ ਦੇ ਨਾਲ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਕਬੀਰ ਜਗ ਕਾਜਲ ਕੀ ਕੋਠਰੀ अंध परे तिस माहे, हों बलिहारी तिन को पैस जो नीकस जाहे। ਤਾਂ ਕਬੀਰ ਸ਼ਬਦ ਦੇ ਉੱਤੇ ਥੋੜਾ ਜਿਹਾ ਅਸੀਂ ਰੁਕਾਂਗੇ। ਵਿਸ਼ਰਾਮ ਇਸ ਤਰ੍ਹਾਂ ਹੋਣਗੇ, ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ। ਜਗ ਦਾ ਮਤਲਬ ਇੱਥੇ ਹੈਗਾ ਜਗਤ, ਯਾਨੀ ਜਗਤ ਦਾ ਜੋ ਮੋਹ ਹੈ, ਜੋ ਦੁਨੀਆ ਦੀ ਪਦਾਰਥਾਂ ਦੀ ਪਕੜ ਹੈ, ਸੈਲਫਿਸ਼ਨੈਸ। ਅੰਧ ਦਾ ਮਤਲਬ ਅੰਨੇ। ਅੰਨੇ ਦਾ ਮਤਲਬ ਇਹ ਨਹੀਂ ਹੈ ਕਿ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ। ਅਸਲੀ ਅੰਨਾ ਕੌਣ ਹੈ? ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਹੇ। ਅਸਲੀ ਅੰਨੇ ਉਹ ਨਹੀਂ ਹਨ ਜਿਨ੍ਹਾਂ ਦੀਆਂ ਇਹ ਅੱਖਾਂ ਨਹੀਂ। ਅਸਲੀ ਅੰਨੇ ਉਹ ਨੇ ਜੋ ਅੱਖਾਂ ਦੇ ਹੁੰਦਿਆਂ ਹੋਇਆਂ ਸੱਚ ਦੇ ਰਾਹ ਦੇ ਉੱਤੋਂ ਖੁੰਝੇ ਹੋਏ ਨੇ। ਸੱਚ ਨੂੰ ਛੱਡ ਕੇ ਜਿਨ੍ਹਾਂ ਨੇ ਝੂਠ ਫਰੇਬ ਦਾ ਰਾਸਤਾ ਅਪਣਾਇਆ ਹੋਇਆ ਹੈ, ਉਹਨਾਂ ਨੂੰ ਇੱਥੇ ਅੰਨੇ ਕਹਿ ਰਹੇ ਨੇ, ਜੋ ਅਗਿਆਨੀ ਨੇ। ਪਰੇ ਦਾ ਮਤਲਬ ਪਏ ਹੋਏ ਨੇ, ਡਿੱਗੇ ਹੋਏ ਨੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਜਗਤ ਦਾ ਮੋਹ ਜਿਹੜਾ ਹੈ, ਮਾਨੋ ਇੱਕ ਐਸੀ ਕੋਠੜੀ ਹੈ ਜੋ ਕਾਲਖ ਦੇ ਨਾਲ ਭਰੀ ਪਈ ਹੈ। ਹੁਣ ਐਸੀ ਇੱਕ ਕੋਠੀ, ਐਸਾ ਇੱਕ ਮਕਾਨ, ਕਮਰਾ ਜਿਸ ਦੀਆਂ ਚਾਰ ਚਫੇਰੇ ਕੰਧਾਂ ਕਾਲੀਆਂ ਹੋਈਆਂ ਹੋਣ। ਕਾਜਲ ਦਾ ਮਤਲਬ ਕੱਜਲ ਯਾਨੀ ਕਾਲਖ। ਕੰਧਾਂ ਵੀ ਕਾਲੀਆਂ ਹੋਈਆਂ ਹੋਣ, ਫਰਸ਼ ਵੀ ਕਾਲਾ ਹੋਵੇ ਔਰ ਬੂਹੇ ਬਾਰੀਆਂ ਵੀ ਕਾਲੀਆਂ ਹੋਈਆਂ ਹੋਣ ਤੇ ਹਨੇਰਾ ਵੀ ਹੋਵੇ। ਇਹੋ ਜੀ ਹਨੇਰੀ ਔਰ ਕਾਲਖ ਭਰੀ ਕੋਠੜੀ ਦੇ ਅੰਦਰ ਜੇ ਕੋਈ ਚਿੱਟੇ ਕੱਪੜੇ ਪਾ ਕੇ ਸੁਜਾਖਾ ਬੰਦਾ ਵੀ ਵੜੇਗਾ ਤੇ ਉਹਦੇ ਕੱਪੜੇ ਵੀ ਕਾਲੇ ਹੋ ਜਾਣਗੇ, ਕਾਲਖ ਲੱਗ ਜਾਏਗੀ। ਤੇ ਜੇ ਕੋਈ ਅੰਨਾ ਬੰਦਾ ਜਿਹਦੀਆਂ ਅੱਖਾਂ ਹੀ ਨਹੀਂ ਨੇ, ਜੇਕਰ ਉਹ ਬੰਦਾ ਇਹੋ ਜਿਹੀ ਕੋਠੜੀ ਵਿੱਚ ਵੜੇ ਤੇ ਉਹ ਤੇ ਕਾਲਾ ਸ਼ਾਹ ਹੋ ਕੇ ਨਿਕਲੇਗਾ ਨਾ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਇਹ ਸੰਸਾਰ ਮਾਨੋ ਇੱਕ ਕੱਜਲ ਦੀ ਕੋਠੜੀ ਹੈ, ਕਾਲਖ ਦੇ ਨਾਲ ਭਰੀ ਪਈ ਹੈ। ਤੇ ਜਿਹੜੇ ਅਗਿਆਨੀ ਬੰਦੇ ਨੇ ਉਹ ਇਹਦੇ ਵਿੱਚ ਡਿੱਗੇ ਪਏ ਨੇ। ਇਸ ਵਿੱਚ ਉਹ ਡਿੱਗੇ ਪਏ ਨੇ ਜਿਨ੍ਹਾਂ ਦੀਆਂ ਅੱਖਾਂ ਬੰਦ ਨੇ। ਹੁਣ ਅੱਖਾਂ ਬੰਦ ਕਿਹਨਾਂ ਨੂੰ ਕਹਿ ਰਹੇ ਨੇ? ਦੀਨ ਗਵਾਇਆ ਦੁਨੀ ਸਿਉ। ਪਿਛਲੇ ਸ਼ਲੋਕਾਂ ਨੂੰ ਜਦੋਂ ਨਾਲ ਰਿਲੇਟ ਕਰਕੇ ਸਮਝਾਂਗੇ ਤੇ ਸਮਝ ਆ ਜਾਏਗੀ। ਜਿਨ੍ਹਾਂ ਨੇ ਸਿਰਫ ਸੰਸਾਰਿਕ ਪਦਾਰਥਾਂ ਕਰਕੇ, ਵਿਕਾਰਾਂ ਕਰਕੇ ਆਪਣੇ ਦੀਨ ਧਰਮ ਨੂੰ ਗਵਾ ਦਿੱਤਾ ਹੈ। ਸੱਚ ਦੀ ਜਿਨ੍ਹਾਂ ਨੂੰ ਸੂਝ ਨਹੀਂ ਹੈ। ਤੇ ਪਿਛਲੇ ਸ਼ਲੋਕਾਂ ਵਿੱਚ ਅਸੀਂ ਪੜ੍ਹਿਆ ਨਾ, ਪੰਡਿਤ ਰਾਜੇ ਭੂਪਤੀ ਆਵੇਂ ਕੌਨੇ ਕਾਮ। ਚਾਹੇ ਉਹ ਵਿਦਵਾਨ ਨੇ, ਚਾਹੇ ਉਹ ਬਾਦਸ਼ਾਹ ਨੇ, ਜਾਂ ਉਹ ਜ਼ਮੀਨਾਂ ਦੇ ਮਾਲਕ ਨੇ, ਜਿਨ੍ਹਾਂ ਨੂੰ ਗਿਆਨ ਨਹੀਂ, ਸੂਝ ਨਹੀਂ, ਜੋ ਸੱਚ ਨਾਲੋਂ ਟੁੱਟ ਗਏ ਨੇ, ਉਹ ਇਸ ਵਿਕਾਰਾਂ ਭਲੀ ਕੋਠੜੀ ਦੇ ਵਿੱਚ ਡਿੱਗੇ ਹੋਏ ਨੇ। ਚਾਹੇ ਉਹ ਜਟਾਧਾਰ ਸੰਨਿਆਸੀ ਨੇ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰਰ ਮੁੰਡਾਏ, ਅਸੀਂ ਪਿਛਲੇ ਸ਼ਲੋਕਾਂ ਵਿੱਚ ਪੜ੍ਹਿਆ ਹੈ। ਚਾਹੇ ਰਗੜ ਮੋਹਨ ਸੰਨਿਆਸੀ ਨੇ, ਚਾਹੇ ਜੱਟਾਂ ਵਾਲੇ ਸੰਨਿਆਸੀ ਨੇ, ਚਾਹੇ ਉਹ ਵਿਦਵਾਨ ਨੇ, ਚਾਹੇ ਉਹ ਰਾਜੇ ਨੇ, ਚਾਹੇ ਉਹ ਜ਼ਮੀਨਾਂ ਦੇ ਮਾਲਕ ਨੇ, ਜਿਨ੍ਹਾਂ ਨੂੰ ਸੂਝ ਨਹੀਂ, ਗਿਆਨ ਨਹੀਂ ਔਰ ਸੱਚ ਦਾ ਰਾਸਤਾ ਛੱਡ ਕੇ ਜੋ ਵਿਕਾਰਾਂ ਦੇ ਅੰਦਰ ਪਏ ਹੋਏ ਨੇ, ਉਹਨਾਂ ਦੀ ਹਾਲਾਤ ਐਸੀ ਹੈ। ਉਹ ਲੋਕ ਇਹਦੇ ਅੰਦਰ ਡਿੱਗੇ ਪਏ ਨੇ, ਗਰਕ ਨੇ ਵਿਕਾਰਾਂ ਦੇ ਅੰਦਰ। ਤਾਂ ਇਹ ਚੀਜ਼ ਸਮਝਣ ਵਾਲੀ ਹੈ ਕਿ ਇਸ ਦੁਨੀਆ ਦੇ ਅੰਦਰ ਰਹਿ ਕੇ ਮਨੁੱਖ ਨੇ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਣੀ ਹੈ। ਸਚਿਆਰ ਹੋਣਾ ਹੈ ਮਨ, ਬਚਨ ਔਰ ਕਰਮ ਕਰਕੇ।
ਪਰ ਜਦੋਂ ਬੰਦਾ ਸੱਚ ਦਾ ਤਿਆਗ ਕਰ ਦਿੰਦਾ ਹੈ ਨਾ, ਉਹ ਚਾਹੇ ਪੰਡਿਤ ਹੈ, ਰਾਜਾ ਹੈ, ਭੂਪਤੀ ਹੈ, ਚਾਹੇ ਉਹ ਲੰਬੀਆਂ ਜਟਾਵਾਂ ਵਾਲਾ ਕੋਈ ਬੰਦਾ ਹੈ ਜਾਂ ਕੋਈ ਰਗੜ ਮੂਨ ਸੰਨਿਆਸੀ ਹੈ, ਕੋਈ ਵੀ ਹੈ, ਉਹ ਵਿਕਾਰਾਂ ਦੇ ਅੰਦਰ ਖਚਤ ਹੋ ਜਾਏਗਾ। ਉਹਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਏਗੀ ਔਰ ਉਸ ਬੰਦੇ ਦੀ ਜ਼ਿੰਦਗੀ ਅੰਦਰ ਸ਼ਾਂਤੀ ਨਹੀਂ ਰਹੇਗੀ ਔਰ ਉਹ ਦੂਜੇ ਲੋਕਾਂ ਦੇ ਅੰਦਰ ਵੀ ਅਸ਼ਾਂਤੀ ਫੈਲਾਉਣ ਦਾ ਕਾਰਨ ਬਣੇਗਾ। ਅਗਲਾ ਬਚਨ ਕਰਦੇ ਨੇ, ਹਉ ਬਲਿਹਾਰੀ ਤਿਨ ਕੋ। ਇਹ ਜੋ ਹਉ ਸ਼ਬਦ ਲਿਖਿਆ ਨਾ, ਇੱਥੇ ਬਿੰਦੀ ਲਗਾ ਕੇ ਪੜਾਂਗੇ ਹਉ। ਹਉ ਦਾ ਮਤਲਬ ਹੋ ਜਾਏਗਾ ਹੈ ਤੇ ਹਉ ਦਾ ਮਤਲਬ ਹੈ ਮੈਂ। ਹਉ ਦਾ ਮਤਲਬ ਮੈਂ। ਹਉ ਬਲਿਹਾਰੀ ਤਿਨ ਕੋ ਪੈਸ ਜੋ ਨੀਕਸ ਜਾਹੇ। ਪੈਸ ਦਾ ਮਤਲਬ ਪੈ ਕੇ, ਨੀਕਸ ਦਾ ਮਤਲਬ ਨਿਕਲ ਜਾਂਦੇ ਨੇ। ਬਲਿਹਾਰੀ ਦਾ ਮਤਲਬ ਕੁਰਬਾਨ ਹਾਂ, ਹਉ ਦਾ ਮਤਲਬ ਮੈਂ। ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਮੈਂ ਉਹਨਾਂ ਤੋਂ ਸਦਕੇ ਹਾਂ ਜੋ ਇਸ ਸੰਸਾਰ ਅੰਦਰ ਪ੍ਰਵੇਸ਼ ਤੇ ਕਰਦੇ ਨੇ, ਜਿਨ੍ਹਾਂ ਨੇ ਸੰਸਾਰ ਅੰਦਰ ਜਨਮ ਤੇ ਲਿਆ ਹੈ, ਪਰ ਨੀਕਸ ਜਾਹੇ ਦਾ ਮਤਲਬ ਬੇਦਾਗ ਹੋ ਕੇ ਇਸ ਸੰਸਾਰ ਦੇ ਵਿੱਚੋਂ ਨਿਕਲ ਜਾਂਦੇ ਨੇ। ਉਹਨਾਂ ਤੋਂ ਕੁਰਬਾਨ, ਯਾਨੀ ਸੰਸਾਰ ਦੇ ਅੰਦਰ ਜ਼ਿੰਦਗੀ ਜੀਂਦਿਆਂ ਆਪਣੇ ਜੀਵਨ ਦੇ ਅੰਦਰ ਕੋਈ ਵਿਕਾਰਾਂ ਦਾ ਦਾਗ ਧੱਬਾ ਨਹੀਂ ਲੱਗਣ ਦਿੰਦੇ, ਉਹਨਾਂ ਤੋਂ ਕੁਰਬਾਨ। ਤਾਂ ਸੰਸਾਰ ਦੇ ਅੰਦਰ ਜ਼ਿੰਦਗੀ ਜੀਂਦਿਆਂ ਹੁਣ ਦੋ ਕਿਸਮ ਦੇ ਲੋਕ ਨੇ। ਇੱਕ ਤੇ ਉਹਨੇ ਜਿਨ੍ਹਾਂ ਨੇ ਧਾਰਮਿਕ ਪਹਿਨਾਵੇ ਪਹਿਨੇ ਹੋਏ ਨੇ, ਕਿਸੇ ਨੇ ਲੰਬੀਆਂ ਜਟਾਵਾਂ ਵਧਾਈਆਂ ਨੇ, ਕੋਈ ਰਗੜ ਮੂੰਹ ਹੈ ਔਰ ਕੋਈ ਹੋਰ ਧਾਰਮਿਕ ਪਹਿਨਾਵੇ ਪਹਿਨੀ ਫਿਰਦਾ ਹੈ। ਕੁਝ ਲੋਕ ਗਿਆਨੀ ਔਰ ਉਪਦੇਸ਼ਕ ਪੰਡਿਤ ਵਿਦਵਾਨ ਨੇ, ਰਾਜੇ ਨੇ, ਜ਼ਮੀਨਾਂ ਦੇ ਮਾਲਕ ਨੇ। ਹੁਣ ਇਹਨਾਂ ਦੇ ਵਿੱਚੋਂ ਮਹਾਨ ਕੌਣ ਹੈ? ਮਹਾਨ ਉਹ ਹੈ ਜਿਨੇ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕੀਤਾ ਹੈ, ਸੰਸਾਰ ਵਿੱਚ ਜ਼ਿੰਦਗੀ ਜੀਂਦਿਆਂ ਹੋਇਆਂ ਜੀਵਨ ਦੇ ਅੰਦਰ ਕੋਈ ਦਾਗ ਧੱਬਾ ਨਹੀਂ ਲੱਗਣ ਦਿੱਤਾ, ਯਾਨੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਗੈਰਾ ਦੇ ਵਿੱਚ ਉਹ ਫਸੇ ਨਹੀਂ, ਜਿਨ੍ਹਾਂ ਨੇ ਬੇਗਾਨੇ ਹੱਕ ਨਹੀਂ ਖਾਦੇ, 2 ਨੰਬਰ ਦੇ ਧੰਦੇ ਨਹੀਂ ਕੀਤੇ, ਜਿਹੜੇ ਆਪਣੇ ਆਚਰਣ ਔਰ ਕਰੈਕਟਰ ਆਦਿਕ ਤੋਂ ਗਿਰੇ ਨਹੀਂ, ਜਿਨ੍ਹਾਂ ਨੇ ਇਨਸਾਨੀਅਤ ਵਾਲੀ ਜ਼ਿੰਦਗੀ ਜੀਵੀ ਹੈ। ਕਬੀਰ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਹਾਂ। ਉਹ ਇਨਸਾਨ ਮਹਾਨ ਨੇ ਔਰ ਉਹ ਇਨਸਾਨ ਅਸਲ ਇਨਸਾਨ ਅਖਵਾਣ ਦੇ ਹੱਕਦਾਰ ਨੇ। ਤਾਂ ਸਾਨੂੰ ਇਸ ਪਾਵਨ ਸ਼ਲੋਕ ਦੇ ਵਿੱਚੋਂ ਜ਼ਿੰਦਗੀ ਜੀਣ ਵਾਸਤੇ ਕੀ ਸੰਦੇਸ਼ ਮਿਲ ਰਿਹਾ ਹੈ ਕਿ ਸੰਸਾਰ ਦੇ ਵਿੱਚ ਵਿਕਾਰ ਨੇ ਔਰ ਵਿਕਾਰਾਂ ਦੀ ਜਿਹੜੀ ਕੋਠੜੀ ਹੈ ਉਹ ਸਾਡੀ ਆਪਣੀ ਸੋਚ ਹੈ। ਸੋਚ ਦੇ ਅੰਦਰ ਹੀ ਮਾੜੇ ਵਿਚਾਰ ਪੈਦਾ ਹੁੰਦੇ ਨੇ ਤੇ ਉਹਨਾਂ ਵਿਚਾਰਾਂ ਤੋਂ ਅਸੀਂ ਆਪਣੀ ਸੁਰਤ ਨੂੰ ਬਚਾਉਣਾ ਹੈ। ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜ ਕੇ ਰਹਿਣਾ ਹੈ, ਫਿਰ ਅਸੀਂ ਧੰਤਾ ਯੋਗ ਹਾਂ, ਫਿਰ ਸਾਡਾ ਜੀਵਨ ਧੰਤਾ ਯੋਗ ਹੈ ਔਰ ਸਾਡੇ ਜੀਵਨ ਅੰਦਰ ਸੁਖ, ਸ਼ਾਂਤੀ, ਖੇੜਾ, ਪ੍ਰਸੰਨਤਾ ਆ ਸਕਦੀ ਹੈ। ਸੰਸਾਰ ਦੇ ਵਿੱਚ ਰਹਿੰਦਿਆਂ ਨਿਰਲੇਪ ਰਹਿਣਾ ਹੈ, ਵਿਕਾਰਾਂ ਤੋਂ ਬਚਣਾ ਹੈ। ਹੁਣ ਇਹ ਕੰਮ ਕਰਨ ਵਾਸਤੇ ਸਾਨੂੰ ਦੇਖੋ ਕੋਈ ਮਾਲਾ ਫੇਰਨ ਦਾ ਉਪਦੇਸ਼ ਨਹੀਂ ਦਿੱਤਾ ਜਾ ਰਿਹਾ, ਕੋਈ ਇਹ ਨਹੀਂ ਕਿਹਾ ਜਾ ਰਿਹਾ ਕਿ ਤੁਸੀਂ ਸਮਾਧੀਆਂ ਲਾਓ ਜਾਂ ਧਾਰਮਿਕ ਪਹਿਨਾਵੇ ਪਹਿਨੋ, ਜੰਗਲਾਂ ਵਿੱਚ ਜਾਓ, ਭੋਰਿਆਂ ਵਿੱਚ ਵੜੋ ਜਾਂ ਪਹਾੜਾਂ ਤੇ ਚੜੋ ਜਾਂ ਸੰਸਾਰ ਘਰ ਦਾ ਤਿਆਗ ਕਰੋ। ਕੁਝ ਵੀ ਨਹੀਂ ਹੈ, ਕੇਵਲ ਸੱਚੀ ਜ਼ਿੰਦਗੀ ਜੀਣੀ ਹੈ। ਆਪਣੀ ਕਿਰਤਕਾਰ ਕਰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਫਰਜ਼ਾਂ ਨੂੰ ਨਿਭਾਉਂਦਿਆਂ ਵਿਕਾਰਾਂ ਤੋਂ ਬਚਣਾ ਹੈ ਔਰ ਸ਼ੁਭ ਗੁਣਾਂ ਦੇ ਨਾਲ ਜੁੜ ਕੇ ਰਹਿਣਾ। ਅਗਲਾ ਸ਼ਲੋਕ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਇਹ ਤਨ ਜਾਏਗਾ। ਕਬੀਰ ਤੇ ਥੋੜਾ ਜਿਹਾ ਰੁਕਣਾ ਹੈ। ਕਬੀਰ ਇਹ ਤਨ ਜਾਏਗਾ, ਇਹਨੂੰ ਇਹੋ ਨਹੀਂ ਪੜਨਾ, ਕਿਉਂਕਿ ਇਹ ਸ਼ਬਦ ਜਿਹੜਾ ਹੈ ਇਹ ਸਿੰਗੂਲਰ ਸ਼ਬਦ ਹੈ ਔਰ ਮੇਲ ਜੈਂਡਰ ਹੈ। ਸਕੋ ਤਾਂ ਲੇਹੋ ਬਹੋਰ। ਹੁਣ ਇੱਥੇ ਲੇਹੋ ਸ਼ਬਦ ਦਾ ਔਂਕੜ ਤਾਂ ਬੁਲਾਇਆ ਕਿਉਂਕਿ ਜਦੋਂ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਔਂਕੜ ਲੱਗਾ ਹੁੰਦਾ ਨਾ, ਤਾਂ ਉਹ ਸ਼ਬਦ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ। ਉਸ ਔਂਕੜ ਦਾ ਉਚਾਰਨ ਕੀਤਾ ਜਾਂਦਾ ਹੈ, ਜਿਵੇਂ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਪਰ ਜਦੋਂ ਕਿਸੇ ਨਾਉਨ ਦੇ ਆਖਰੀ ਹਾਹੇ ਥੱਲੇ ਔਂਕੜ ਲੱਗਾ ਹੋਵੇ ਤਾਂ ਉਸ ਔਂਕੜ ਦਾ ਉਚਾਰਨ ਨਹੀਂ ਕਰਨਾ ਹੁੰਦਾ, ਕਿਉਂਕਿ ਉਹ ਸਿੰਗੂਲਰ ਦਾ ਲਖਾਇਕ ਹੁੰਦਾ ਹੈ। ਜਿਵੇਂ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ,
ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਇਹ ਸਾਰੇ ਸ਼ਬਦ ਸਿੰਗੂਲਰ ਨੇ। ਜਿਵੇਂ ਹੁਕਮੀ ਹੁਕਮ ਚਲਾਏ ਰਾਹ, ਹੁਣ ਇੱਥੇ ਰਾਹ ਸ਼ਬਦ ਜਿਹੜਾ ਹੈ ਸਿੰਗੂਲਰ ਹੈ, ਇਸ ਕਰਕੇ ਰਾਹੂ ਨਹੀਂ ਪੜਨਾ। ਤਾਂ ਇੱਥੇ ਲੇਹੋ ਸ਼ਬਦ ਜਿਹੜਾ ਹੈ ਕਿਰਿਆਵਾਚੀ ਹੈ, ਇਸ ਕਰਕੇ ਅਸੀਂ ਇਹਦਾ ਉਚਾਰਨ ਕਰਾਂਗੇ ਲੇਹੋ। ਕਬੀਰ ਇਹ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ, ਨਾਂਗੇ ਪਾਵਹੁ ਤੇ ਗਏ ਜਿਨ ਕੇ ਲੱਖ ਕਰੋੜ। ਹੁਣ ਇਹਨੂੰ ਪਾਵਹੁ ਨਹੀਂ ਪੜਨਾ, ਪਾਵਹੁ। ਪਾਵਹੁ ਦਾ ਮਤਲਬ ਪੈਰਾਂ ਨਾਲ। ਜੇ ਪਾਵਹੁ ਪੜਾਂਗੇ ਤੇ ਉਹਦਾ ਮਤਲਬ ਹੋ ਜਾਏਗਾ ਕੋਈ ਚੀਜ਼ ਪਾਓ। ਨਾਂਗੇ ਪਾਵਹੁ ਤੇ ਗਏ ਜਿਨ ਕੇ ਲੱਖ ਕਰੋੜ। ਤਾਂ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਕਬੀਰ ਇਹ ਤਨ ਜਾਏਗਾ ਦਾ ਮਤਲਬ ਇਹ ਸਰੀਰ ਨੇ ਨਾਸ ਹੋ ਜਾਣਾ। ਦੇਖੋ ਬਚਪਨ ਨਹੀਂ ਰਿਹਾ, ਜਵਾਨੀ ਵਿੱਚ ਬਦਲ ਗਿਆ, ਜਵਾਨੀ ਨਹੀਂ ਰਹੀ, ਬੁਢੇਪੇ ਵਿੱਚ ਬਦਲ ਗਈ ਜਵਾਨੀ, ਤੇ ਹੁਣ ਬੁਢੇਪੇ ਤੋਂ ਅੱਗੇ ਤੇ ਮੌਤ ਹੀ ਹੈ ਨਾ। ਵੈਸੇ ਤਾਂ ਕੋਈ ਬੱਚੇ ਦੀ ਵੀ ਮੌਤ ਹੋ ਸਕਦੀ ਹੈ, ਜਵਾਨ ਦੀ ਵੀ, ਪਰ ਬੁਢੇਪੇ ਤੋਂ ਅੱਗੇ ਤੇ ਸਿੱਧਾ ਦਿਸਦਾ ਹੀ ਹੈ ਨਾ ਕਿ ਹੁਣ ਤੇ ਅੱਗੇ ਮੌਤ ਹੀ, ਇਸ ਤੋਂ ਅੱਗੇ ਤੇ ਕੁਛ ਹੈ ਨਹੀਂ ਕੋਈ ਅਵਸਥਾ ਹੋਰ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਸਰੀਰ ਨੇ ਨਾਸ ਹੋ ਜਾਣਾ ਹੈ, ਖਤਮ ਹੋ ਜਾਣਾ ਹੈ। ਸਕੋ ਤਾਂ ਲੇਹੋ ਬਹੋਰ, ਬਹੋਰ ਦਾ ਮਤਲਬ ਬਚਾ ਲਓ, ਰੋਕ ਲਓ। ਕਬੀਰ ਜੀ ਕਹਿੰਦੇ ਨੇ ਜੇ ਬਚਾ ਸਕਦੇ ਹੋ ਤੇ ਬਚਾ ਲਓ। ਤਾਂ ਕੀ ਇਸ ਸਰੀਰ ਨੂੰ ਕੋਈ ਮਰਨ ਤੋਂ ਬਚਾ ਸਕਦਾ ਹੈ? ਤਾਂ ਨਹੀਂ ਬਚਾ ਸਕਦਾ। ਤਾਂ ਇੱਥੇ ਇਹਦਾ ਅੰਤਰੀਵ ਭਾਵ ਇਹ ਹੈ ਕਿ ਕੋਈ ਵੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਬਚਾ ਨਹੀਂ ਸਕੇਗਾ। ਜੇ ਨਹੀਂ ਤਾਂ ਯਤਨ ਕਰਕੇ ਵੇਖ ਲਓ। ਸਾਡੇ ਕਿੰਨੇ ਬਜ਼ੁਰਗ ਨੇ, ਮਾਤਾ ਪਿਤਾ ਨੇ, ਦਾਦੀਆਂ ਦਾਦੇ ਨੇ, ਹੋਰ ਸੱਜਣ ਮਿੱਤਰ ਨੇ, ਅੜੋਸੀ ਪੜੋਸੀ ਨੇ, ਕਿੰਨੇ ਸਾਰੇ ਲੋਕ ਸਾਡੀਆਂ ਅੱਖਾਂ ਦੇ ਸਾਹਮਣੇ ਚਲੇ ਗਏ। ਉਹਨਾਂ ਨੂੰ ਬਚਾਉਣ ਵਾਸਤੇ ਅਸਾਂ ਜਿਹੜੇ ਯਤਨ ਕਰ ਸਕਦੇ ਸਾਂ ਕੀਤੇ ਵੀ, ਭੱਜ ਨੱਸ ਕੀਤੀ, ਇਲਾਜ ਕਰਾਇਆ ਜੋ ਵੀ, ਲੇਕਿਨ ਬਚਾ ਨਹੀਂ ਪਾਏ, ਕਿਉਂਕਿ ਇਹ ਸੰਸਾਰ ਦਾ ਨਿਯਮ ਹੈ, ਜਿਸ ਦਾ ਜਨਮ ਹੋਇਆ ਹੈ ਉਹਦੀ ਮੌਤ ਵੀ ਜ਼ਰੂਰ ਹੋਵੇਗੀ। ਬੇਸ਼ੱਕ ਹਜ਼ਾਰਾਂ ਸਾਲ ਲੰਬੀ ਜ਼ਿੰਦਗੀ ਮਿਲ ਜਾਏ, ਮਰਨਾ ਤਾਂ ਫਿਰ ਵੀ ਪੈਣਾ। ਤਾਂ ਕਬੀਰ ਜੀ ਕਹਿੰਦੇ ਨੇ ਇਹ ਸਰੀਰ ਨੇ ਇੱਕ ਦਿਨ ਖਤਮ ਹੋ ਜਾਣਾ ਹੈ, ਜੇ ਬਚਾਇਆ ਜਾ ਸਕਦਾ ਹੈ ਤੇ ਬਚਾ ਲਓ। ਯਾਨੀ ਸਰੀਰ ਨੂੰ ਅਸੀਂ ਨਹੀਂ ਬਚਾ ਪਾਵਾਂਗੇ। ਤਾਂ ਜਦੋਂ ਮਰ ਹੀ ਜਾਣਾ ਹੈ ਇੱਕ ਦਿਨ, ਤਾਂ ਫਿਰ ਜ਼ਿੰਦਗੀ ਜਿੰਨੀ ਕੁ ਮਿਲੀ ਹੈ ਉਸ ਜ਼ਿੰਦਗੀ ਦੇ ਅੰਦਰ ਤਾਂ ਨਾ ਮਰੋ, ਪਲ ਪਲ ਤਾਂ ਨਾ ਮਰੋ, ਇਸ ਜ਼ਿੰਦਗੀ ਨੂੰ ਜੀਵੋ ਖੁਸ਼ੀ ਦੇ ਨਾਲ। ਇਹ ਸਰੀਰ ਨੂੰ ਵਿਕਾਰਾਂ ਤੋਂ ਅਸੀਂ ਬਚਾ ਸਕਦੇ ਹਾਂ, ਇਹਨਾਂ ਵਿਕਾਰਾਂ ਤੋਂ ਬਚਾ ਲਓ। ਆਤਮਕ ਮੌਤ ਤੋਂ ਅਸੀਂ ਬਚ ਸਕਦੇ ਹਾਂ, ਆਤਮਕ ਮੌਤ ਤੋਂ ਬਚੋ, ਔਰ ਇਹ ਸਰੀਰ ਤੋਂ ਸਹੀ ਕੰਮ ਲਓ, ਚੰਗੇ ਰਾਸਤੇ ਤੇ ਤੁਰੋ, ਚੰਗਾ ਜੀਵਨ ਜੀਵੋ। ਹਰ ਇਨਸਾਨ, ਮੈਂ ਵੀ, ਤੁਸੀਂ ਵੀ, ਹੋਰ ਵੀ ਲੋਕ ਚੰਗੀ ਜ਼ਿੰਦਗੀ ਜੀਣ, ਵਿਕਾਰਾਂ ਤੋਂ ਆਪਣੇ ਇਸ ਤਨ ਨੂੰ ਬਚਾਉਣ ਤਾਂ ਅਸੀਂ ਬਚਾ ਸਕਦੇ ਹਾਂ। ਨਾਂਗੇ ਪਾਵਹੁ ਤੇ ਗਏ ਜਿਨ ਕੇ ਲੱਖ ਕਰੋੜ। ਇੱਥੇ ਤੇ ਦਾ ਮਤਲਬ ਹੈ ਉਹ ਬੰਦੇ, ਜਿਨ ਕੇ ਦਾ ਮਤਲਬ ਜਿਨ੍ਹਾਂ ਦੇ ਕੋਲ, ਲੱਖ ਕਰੋੜ ਦਾ ਮਤਲਬ ਲੱਖਾਂ ਕਰੋੜਾਂ ਧਨ ਸੀ, ਪੈਸਾ ਸੀ। ਨਾਂਗੇ ਪਾਵੋਂ ਦਾ ਮਤਲਬ ਨੰਗੇ ਪੈਰੀ, ਕੰਗਾਲਾਂ ਦੀ ਤਰ੍ਹਾਂ। ਜਿਨ੍ਹਾਂ ਬੰਦਿਆਂ ਦੇ ਕੋਲ ਲੱਖਾਂ ਕਰੋੜਾਂ ਰੁਪਏ ਜਮਾ ਸਨ, ਉਹ ਵੀ ਇਥੋਂ ਨੰਗੇ ਪੈਰੀ ਹੀ ਗਏ। ਨੰਗੇ ਪੈਰੀ ਦਾ ਮਤਲਬ ਕੰਗਾਲਾਂ ਵਾਂਗ ਚਲੇ ਗਏ। ਜਿਵੇਂ ਕੋਈ ਅਮੀਰ ਬੰਦਾ ਗੁਜ਼ਰਦਾ ਹੈ ਤਾਂ ਉਹਦਾ ਸੰਸਕਾਰ ਵੀ ਇੱਕ ਗਰੀਬ ਦੀ ਤਰ੍ਹਾਂ ਹੀ ਹੁੰਦਾ ਹੈ। ਜਿਵੇਂ ਗਰੀਬ ਬੰਦੇ ਦਾ ਸੰਸਕਾਰ ਹੈ, ਉਵੇਂ ਅਮੀਰ ਦਾ ਹੈ। ਗਰੀਬ ਨੂੰ ਵੀ ਦਬਾਇਆ ਜਾ ਰਿਹਾ ਹੈ ਕਬਰ ਵਿੱਚ, ਅਮੀਰ ਨੂੰ ਵੀ ਦਬਾਇਆ ਜਾ ਰਿਹਾ ਹੈ ਜੇ ਉਹ ਇਸਲਾਮ ਵਿੱਚ ਹੈ। ਗਰੀਬ ਨੂੰ ਵੀ ਜਲਾਇਆ ਜਾ ਰਿਹਾ ਹੈ, ਅਮੀਰ ਨੂੰ ਵੀ ਜਲਾਇਆ ਜਾ ਰਿਹਾ ਹੈ ਜੇ ਉਹ ਆਪਣਾ ਹਿੰਦੂ ਧਰਮ ਵਿੱਚ ਜਾਂ ਕਿਸੇ ਵੀ ਧਰਮ ਦੇ ਵਿੱਚ ਹੈ, ਸਿੱਖ ਵਿੱਚ ਹੈ। ਇਧਰ ਇਹ ਦੇਸ਼ ਨੇ, ਇੱਥੇ ਚਾਹੇ ਅਮੀਰ ਹੈ ਜਾਂ ਗਰੀਬ ਹੈ, ਭੱਠੀ ਚ ਪਾ ਦੇਣਾ ਨਾ, ਬਟਨ ਦੱਬ ਦੇਣਾ, ਬਸ ਅੰਦਰ ਗਰੀਬ ਨੇ ਵੀ ਸੜ ਜਾਣਾ ਹੈ, ਅਮੀਰ ਨੇ ਵੀ ਸੜ ਜਾਣਾ ਹੈ। ਯਾਨੀ ਅਮੀਰ ਔਰ ਗਰੀਬ ਦਾ ਇੱਥੇ ਕੋਈ ਵਿਤਕਰਾ ਨਹੀਂ ਨਾ, ਇੱਥੇ ਆਣ ਕੇ ਅਮੀਰ ਔਰ ਗਰੀਬ ਬਰਾਬਰ ਹੀ ਹੋ ਜਾਂਦੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਜਿਨ੍ਹਾਂ ਨੇ ਦੀਨ ਗਵਾ ਦਿੱਤਾ ਸੀ ਦੁਨੀ ਵਾਸਤੇ, ਦੀਨ ਗਵਾਇਆ ਦੁਨੀ ਸਿਓ, ਕਿ ਦੀਨ ਧਰਮ ਵੀ ਗਵਾ ਦਿੱਤਾ ਤੇ ਜਾਣ ਲੱਗਿਆ ਇੱਥੋਂ ਕੁਛ ਹੈ ਨਾਲ ਤੇ ਜਾਣੀ ਨਹੀਂ।
ਅਮੀਰ ਵੀ ਨਹੀਂ ਨਾ ਲੈ ਕੇ ਨਾਲ। ਤਾਂ ਜਦੋਂ ਨਾਲ ਕੁਛ ਨਹੀਂ ਜਾਣਾ, ਜੋ ਕੁਛ ਅਸੀਂ ਇੱਥੇ ਕਮਾ ਰਹੇ ਹਾਂ, ਖਾ ਰਹੇ ਹਾਂ, ਭੋਗ ਰਹੇ ਹਾਂ, ਸਾਡੇ ਕੰਮ ਇਹੀ ਆਉਣਾ ਹੈ, ਤਾਂ ਫਿਰ ਠੱਗੀਆਂ ਠੋਰੀਆਂ ਮਾਰਨ ਦਾ ਲਾਭ ਨਹੀਂ ਹੈ ਜੋ ਸਮਝਾਇਆ ਜਾ ਰਿਹਾ ਹੈ। ਫਿਰ ਆਪਣੇ ਦੀਨ ਨੂੰ ਕਿਉਂ ਗਵਾਉਣਾ? ਫਿਰ ਇਨਸਾਨੀਅਤ ਨੂੰ ਕਿਉਂ ਖਤਮ ਕਰਨਾ? ਪੈਸੇ ਵਾਸਤੇ ਇਨਸਾਨੀਅਤ ਖਤਮ ਕਰ ਦੇਣੀ, ਆਪਣੀ ਜ਼ਮੀਰ ਮਾਰ ਦੇਣੀ, ਆਪਣੇ ਮਨੁੱਖੀ ਫਰਜ਼ਾਂ ਤੋਂ ਭਗੌੜੇ ਹੋ ਜਾਣਾ ਕਿਉਂ? ਕਿਉਂ ਠੱਗੀਆਂ? ਕਿਉਂ 2 ਨੰਬਰ ਦੇ ਧੰਦੇ? ਕਿਉਂ ਚੋਰੀਆਂ? ਕਿਉਂ ਰਿਸ਼ਵਤ? ਇੱਕ ਦੂਜੇ ਦੇ ਨਾਲ ਲੜਾਈਆਂ, ਝਗੜੇ, ਦੰਗੇ, ਫਸਾਦ, ਹੰਕਾਰ ਕਰ ਕਰਕੇ ਦੂਜਿਆਂ ਨੂੰ ਨੀਵਾਂ ਵਿਖਾਣਾ ਕਿਉਂ? ਇਹਦਾ ਲਾਭ ਕੀ ਹੋਏਗਾ? ਨੁਕਸਾਨ ਹੀ ਹੈ ਨਾ। ਜਾਂ ਤੇ ਇਹ ਹੋਏ ਕਿ ਜੋ ਮੈਂ ਇਕੱਠਾ ਕਰ ਰਿਹਾ ਮੈਂ ਆਪਣੇ ਨਾਲ ਲੈ ਜਾਣਾ ਹੈ, ਫਿਰ ਵੀ ਚਲੋ ਠੱਗੀਆਂ ਠੁੱਗੀਆਂ ਬੰਦਾ ਮਾਰ ਲਵੇ, ਨਾਲ ਲੈ ਹੀ ਜਾਣਾ ਨਾ, ਪਹਿਲੀ ਗੱਲ। ਜਾਂ ਫਿਰ ਇਹ ਹੋਵੇ ਕਿ ਮੈਂ ਮਰ ਕੇ ਫਿਰ ਦੁਬਾਰਾ ਆ ਜਾਣਾ ਹੈ, ਤੇ ਦੁਬਾਰਾ ਆਣ ਕੇ ਮੈਂ ਆਪਣੀ ਪ੍ਰਾਪਰਟੀ ਫਿਰ ਸੰਭਾਲ ਲੈਣੀ ਹੈ। ਤਾਂ ਵੀ ਬੰਦਾ ਠੱਗੀਆਂ ਠੂਰੀਆਂ ਮਾਰਦਾ ਵੀ ਚੱਲ ਮੈਂ ਆਣ ਕੇ ਕਬਜ਼ਾ ਕਰ ਹੀ ਲੈਣਾ ਨਾ, ਫਿਰ ਵਰਤਾਂਗਾ। ਨਾ ਤੇ ਨਾਲ ਜਾਣਾ ਹੈ, ਨਾ ਵਾਪਸ ਆਣ ਕੇ ਖਰਚਣਾ ਖਾਣਾ ਹੈ। ਕਿਛ ਖਾਜੈ ਕਿਛ ਤਰ ਜਾਈਐ, ਜੇ ਬਾਹੁਰ ਦੁਨੀਆ ਆਈਏ, ਨਹੀਂ ਨਾ ਆਣਾ। ਤਾਂ ਫਿਰ ਚੋਰੀਆਂ, ਬੇਈਮਾਨੀਆਂ ਜਾਂ ਦੀਨ ਵਾਸਤੇ, ਦੁਨੀ ਵਾਸਤੇ ਦੀਨ ਨੂੰ ਗਵਾ ਦੇਣਾ ਠੀਕ ਨਹੀਂ ਹੈ। ਪਦਾਰਥਾਂ ਵਾਸਤੇ ਇਨਸਾਨੀਅਤ ਨੂੰ ਗਵਾ ਦੇਣਾ ਕਦੇ ਵੀ ਠੀਕ ਨਹੀਂ। ਵੈਰ ਵਿਰੋਧ, 2 ਨੰਬਰ ਦੇ ਧੰਦੇ ਨਹੀਂ ਕਰਨੇ ਚਾਹੀਦੇ। ਸਗੋਂ 10 ਨਵਾਂ ਦੀ ਸੱਚੀ ਸੁੱਚੀ ਕਿਰਤ ਕਰਕੇ ਜੋ ਸਾਡੇ ਕੋਲ ਹੁੰਦਾ ਹੈ ਉਹਦੇ ਨਾਲ ਸਾਨੂੰ ਆਪਣਾ ਟਾਈਮ ਪਾਸ ਕਰਨਾ ਚਾਹੀਦਾ ਹੈ। ਜੇ 10 ਨਵਾਂ ਦੀ ਕਿਰਤ ਕਰਕੇ ਆਪਣਾ ਬਜਟ ਕੋਈ ਠੀਕ ਬਣਾ ਕੇ 4 ਪੈਸੇ ਉਹਦੇ ਕੋਲ ਹੈ ਨੇ, ਚੰਗਾ ਮਕਾਨ ਨੂੰ ਬਣਾ ਸਕਦਾ ਤੇ ਬਣਾਏ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਝੌਂਪੜੀਆਂ ਵਿੱਚ ਰਹੋ ਜਾਂ ਮਾੜੇ ਕੱਪੜੇ ਪਾ ਕੇ ਰਹੋ ਜਾਂ ਕੁਝ ਖਾਓ ਪੀਓ ਨਾ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਚੰਗਾ ਖਾਓ, ਚੰਗਾ ਪਾਓ, ਚੰਗੇ ਮਕਾਨ ਬਣਾਓ, ਲੇਕਿਨ ਕਿਰਤ 10 ਨਵਾਂ ਦੀ ਇਮਾਨਦਾਰੀ ਦੀ ਹੋਵੇ, ਇਨਸਾਨੀਅਤ ਨਾ ਗਵਾਚੇ, ਦੀਨ ਨਾ ਗਵਾਚੇ, ਮਨੁੱਖੀ ਫਰਜ਼ਾਂ ਤੋਂ ਨਾ ਭੱਜੋ। ਕਬੀਰ ਇਹ ਤਨ ਜਾਏਗਾ ਕਮਨੇ ਮਾਰਗ ਲਾਏ। ਹੁਣ ਅਗਲੇ ਸ਼ਲੋਕ ਦੇ ਅੰਦਰ ਇਹਦਾ ਸਾਨੂੰ ਨਿਰਣਾ ਕਰਕੇ ਦੇ ਰਹੇ ਨੇ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ। ਵੀ ਸਰੀਰ ਨੇ ਖਤਮ ਹੋ ਹੀ ਜਾਣਾ ਹੈ, ਜਿਨ੍ਹਾਂ ਦੇ ਕੋਲ ਲੱਖਾਂ ਕਰੋੜਾਂ ਨੇ ਉਹਨਾਂ ਨੇ ਵੀ ਨਹੀਂ ਬਚਣਾ, ਔਰ ਉਹਨਾਂ ਨੇ ਵੀ ਜਾਣ ਲੱਗਿਆ ਨੰਗੇ ਪੈਰੀ ਹੀ ਜਾਣਾ ਹੈ। ਤਾਂ ਫਿਰ ਹੁਣ ਸਾਨੂੰ ਸਮਝਾ ਰਹੇ ਨੇ ਕਬੀਰ, ਇਹ ਤਨ ਜਾਏਗਾ ਕਮਨੇ ਮਾਰਗ ਲਾਏ, ਕੈ ਸੰਗਤ ਕਰ ਸਾਧ ਕੀ, ਕੈ ਹਰ ਕੇ ਗੁਣ ਗਾਏ। ਇਹ ਤਨ ਜਾਏਗਾ ਦਾ ਮਤਲਬ ਇਸ ਤਨ ਨੇ ਖਤਮ ਹੋ ਜਾਣਾ। ਕਮਨੇ ਮਾਰਗ ਦਾ ਮਤਲਬ ਕਿਸੇ ਰਾਸਤੇ ਦੇ ਉੱਤੇ, ਕਿਸੇ ਆਰ ਦੇ ਵਿੱਚ, ਕਿਸੇ ਚੰਗੇ ਕੰਮ ਦੇ ਵਿੱਚ ਇਹਨੂੰ ਲਾ। ਕਿ ਇਹ ਸਰੀਰ ਨਾਸ ਹੋ ਜਾਣਾ ਹੈ, ਇਸ ਲਈ ਇਹਨੂੰ ਕਿਸੇ ਚੰਗੇ ਕੰਮ ਦੇ ਵਿੱਚ ਲਾ ਜਿਹੜਾ ਤੇਰੇ ਵਾਸਤੇ ਫਾਇਦੇਮੰਦ ਹੋਵੇ, ਲਾਹੇਵੰਦ ਹੋਵੇ। ਕਿਤੇ ਇਹੋ ਜਿਹੇ ਕੰਮ ਦੇ ਵਿੱਚ ਇਹਨੂੰ ਲਗਾ, ਕਿਉਂਕਿ ਸਰੀਰ ਨੇ ਖਤਮ ਹੋ ਜਾਣਾ ਹੈ। ਤੇ ਫਿਰ ਇਹਦੇ ਤੋਂ ਕੋਈ ਕੰਮ ਲੈ, ਇਹਨੂੰ ਕਿਸੇ ਚੰਗੇ ਰਾਸਤੇ ਦੇ ਉੱਤੇ ਲਗਾ ਜਿਹਦੇ ਨਾਲ ਤੇਰਾ ਲਾਭ ਹੋਵੇ, ਤੈਨੂੰ ਫਾਇਦਾ ਹੋਵੇ, ਔਰ ਤੇਰੇ ਪਰਿਵਾਰ ਨੂੰ, ਤੇਰੇ ਸਮਾਜ ਨੂੰ ਜੋ ਲਾਹੇਵੰਦਾ ਕੰਮ ਹੋਵੇ ਨਾ, ਉਸ ਕੰਮ ਦੇ ਵਿੱਚ ਲਗਾ। ਜਿਹੜਾ ਕੰਮ ਕਰਨ ਦੇ ਨਾਲ ਮਾਨਸਿਕ ਸ਼ਾਂਤੀ ਮਿਲੇ, ਆਦਰ ਮਿਲੇ, ਸੁੱਖ ਮਿਲੇ, ਮਹਾਨਤਾ ਮਿਲੇ, ਸੰਸਾਰ ਨੂੰ ਵੀ ਸੁੱਖ ਸ਼ਾਂਤੀ ਮਿਲੇ, ਇਹੋ ਜਿਹੇ ਰਸਤੇ ਤੇ ਲਾ। ਕਬੀਰ ਇਹ ਤਨ ਜਾਏਗਾ ਕਮਨੇ ਮਾਰਗ ਲਾਏ, ਕਿਸੇ ਚੰਗੇ ਰਾਹ ਦੇ ਉੱਤੇ ਲਾ ਇਹਨੂੰ। ਤੇ ਚੰਗਾ ਰਾਹ ਕਿਹੜਾ ਦੱਸਦੇ ਨੇ ਪਏ, ਕੈ ਸੰਗਤ ਕਰ ਸਾਧ ਕੀ, ਕੈ ਹਰ ਕੇ ਗੁਣ ਗਾਏ। ਕੈ ਦਾ ਮਤਲਬ ਭਾਵੇਂ, ਜਾਂ, ਕੈ ਦਾ ਮਤਲਬ ਜਾਂ। ਸੋ ਸਾਧ ਸੰਗਤ ਕਰ, ਕੈ ਸੰਗਤ ਕਰ ਸਾਧ ਕੀ। ਸਾਧ ਦਾ ਮਤਲਬ ਗੁਰੂ, ਗੁਰੂ ਦੀ ਸੰਗਤ ਕਰ, ਗੁਰੂ ਦੇ ਦੱਸੇ ਰਾਹ ਤੇ ਚੱਲ। ਜਿੰਨੇ ਵੀ ਤੇਰੇ ਜੋਤਸ਼ੀ ਨੇ, ਪੰਡਿਤ ਰਾਜੇ ਭੂਪਤੀ ਨੇ, ਜਿਨ੍ਹਾਂ ਨੇ ਸੱਚ ਦੇ ਨਾਲੋਂ ਆਪਣਾ ਸੰਬੰਧ ਤੋੜਿਆ ਹੈ, ਚਾਹੇ ਉਹ ਲਾਂਬੇ ਕੇਸ ਵਾਲੇ ਨੇ ਤੇ ਚਾਹੇ ਉਹ ਕਰੜਮੋਹਨ ਨੇ, ਸੱਚ ਦੇ ਨਾਲੋਂ ਜਿਹੜੇ ਟੁੱਟੇ ਨੇ ਉਹਨਾਂ ਨੂੰ ਛੱਡ ਕੇ ਗੁਰੂ ਦੀ ਸੰਗਤ ਕਰ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀ, ਗੁਰੂ ਦੀ ਸ਼ਰਨ ਵਿੱਚ ਆ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਦੇਖੋ ਅਸੀਂ ਬੰਦਿਆਂ ਦੀ ਸ਼ਰਨ ਵੱਲ ਭੱਜੇ ਫਿਰਦੇ ਹਾਂ। ਜਿਵੇਂ ਲੋਕਾਂ ਦੇ ਅੱਜ ਕੱਲ ਫੈਮਿਲੀ ਡਾਕਟਰ ਨੇ ਨਾ, ਐਵੇਂ ਲੋਕਾਂ ਦੇ ਫੈਮਿਲੀ ਬਾਬੇ ਨੇ, ਫੈਮਿਲੀ ਸੰਤ ਨੇ।
ਸਾਡਾ ਫਲਾਂ ਬਾਬਾ, ਸਾਡਾ ਫਲਾਂ ਬਾਬਾ। ਤੇ ਫਿਰ ਅਲੱਗ-ਅਲੱਗ ਕੰਮਾਂ ਵਾਸਤੇ ਅਲੱਗ-ਅਲੱਗ ਬਾਬੇ ਨੇ। ਜੇ ਭੂਤ ਚੰਬੜਿਆ ਹੈ ਤੇ ਬਾਬਾ ਵਡਭਾਗ ਸਿੰਘ ਹੈ, ਤੇ ਜੇ ਸਿਰ ਪੀੜ ਹੁੰਦੀ ਹੈ ਤੇ ਸਿਰ ਪੀੜ ਹਟਾਉਣ ਵਾਲਾ ਬਾਬਾ ਹੋਰ ਹੈ, ਤੇ ਜੇ ਪੁੱਤਰ ਚਾਹੀਦਾ ਹੈ ਤੇ ਉਹ ਕੋਈ ਹੋਰ ਬਾਬਾ ਹੈ, ਤੇ ਜੇ ਮੁਕੱਦਮੇ ਜਿਤਾਉਣ ਵਾਲਾ ਕੋਈ ਬਾਬਾ ਹੋਰ ਹੈ। ਤੇ ਬਾਬੇ ਵੀ ਅੱਜ ਕੱਲ ਸਮੋਸਿਆਂ ਦੇ ਨਾਲ ਹੀ ਕਿਰਪਾ ਦੇਈ ਜਾਂਦੇ ਨੇ ਵੀ ਕਿਰਪਾ ਅੜੀ ਹੈ, ਸਮੋਸਾ ਖਾਣਾ ਹੈ, ਖਾਣਾ ਜੀ ਕਿਹੜਾ ਖਾਣਾ ਹੈ? ਆਲੂ ਵਾਲਾ, ਬਸ ਇੱਥੇ ਕਿਰਪਾ ਅੜੀ ਹੈ, ਪਨੀਰ ਦਾ ਸਮੋਸਾ ਖਾਇਆ ਕਰ। ਤਾਂ ਇਹਨਾਂ ਚੀਜ਼ਾਂ ਨੂੰ ਛੱਡ, ਗੁਰੂ ਦੀ ਸ਼ਰਨ ਲੈ, ਸੱਚ ਦਾ ਰਾਹ ਅਪਣਾ। ਕਹਿ ਸੰਗਤ ਕਰ ਸਾਧਕੀ, ਇਹ ਸਰੀਰ ਨੇ ਖਤਮ ਹੋ ਜਾਣਾ ਹੈ, ਇਹਦੇ ਤੋਂ ਚੰਗਾ ਕੰਮ ਲੈ, ਯਾਨੀ ਗੁਰੂ ਦੇ ਦੱਸੇ ਰਾਹ ਤੇ ਚੱਲ। ਕਹਿ ਹਰ ਕਹਿ ਗੁਣ ਗਾਏ, ਤੇ ਜਾਂ ਫਿਰ ਰੱਬ ਦੀ ਸਿਫਤ ਸਲਾਹ ਕਰ। ਰੱਬ ਦੀ ਸਿਫਤ ਸਲਾਹ, ਰੱਬੀ ਰਜ਼ਾ ਦੇ ਵਿੱਚ ਤੁਰ, ਰੱਬ ਦੇ ਗੁਣ ਗਾ, ਯਾਨੀ ਗੁਰੂ ਦੀ ਸੰਗਤ ਕਰ ਔਰ ਰੱਬੀ ਗੁਣਾਂ ਦਾ ਧਾਰਨੀ ਹੋ। ਇਹ ਤੇਰੇ ਵਾਸਤੇ ਲਾਹੇਵੰਦ ਰਹੇਗਾ, ਤੇਰੇ ਵਾਸਤੇ ਵੀ, ਤੇਰੇ ਪਰਿਵਾਰ ਲਈ ਵੀ, ਤੇਰੇ ਸਮਾਜ ਲਈ ਵੀ, ਔਰ ਇਸ ਸੰਸਾਰ ਵਾਸਤੇ ਵੀ ਲਾਹੇਵੰਦ ਰਹੇਗਾ, ਫਾਇਦੇਮੰਦ ਰਹੇਗਾ। ਜਦੋਂ ਸਰੀਰ ਨੇ ਖਤਮ ਹੀ ਹੋ ਜਾਣਾ ਹੈ ਤਾਂ ਇਹਦੇ ਨਾਲ ਚੰਗੇ ਕੰਮ ਕਰ ਲੈ, ਗੁਰੂ ਦੇ ਦੱਸੇ ਰਾਹ ਤੇ ਚੱਲ, ਜਿਸ ਕਰਕੇ ਤੇਰਾ ਕਰਮ ਕਾਂਡਾਂ ਤੋਂ ਖੁਲਾਸੀ ਹੋ ਜਾਏ। ਪ੍ਰਭੂ ਦੀ ਸਿਫਤ ਸਲਾਹ ਕਰ, ਜਿਸ ਕਰਕੇ ਤੇਰੀ ਅਵਗੁਣਾ ਤੋਂ ਖੁਲਾਸੀ ਹੋ ਜਾਏ ਔਰ ਤੇਰੀ ਜ਼ਿੰਦਗੀ ਹਲਕੀ ਫੁਲਕੀ ਹੋ ਜਾਏ, ਤੂੰ ਜੀਵਨ ਮੁਕਤੀ ਦਾ ਆਨੰਦ ਮਾਣ ਸਕੇ। ਇਸ ਲਈ ਹੁਣ ਸਾਨੂੰ ਭਗਤ ਕਬੀਰ ਜੀ ਦੇ ਇਹਨਾਂ ਸ਼ਲੋਕਾਂ ਚੋਂ ਸੇਧ ਮਿਲ ਰਹੀ ਹੈ ਜ਼ਿੰਦਗੀ ਜੀਣ ਦੀ, ਕਿ ਅਸੀਂ ਜੀਵਨ ਰਹਿੰਦਿਆਂ ਜਿੰਨਾ ਜੀਵਨ ਸਾਨੂੰ ਮਿਲਿਆ ਹੈ ਚੰਗੇ ਕੰਮ ਕਰਨੇ ਨੇ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਣੀ ਹੈ, ਔਰ ਨਾਲ ਅਸਾਂ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ, ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਣਾ ਹੈ। ਇਹਦੇ ਨਾਲ ਸਾਡਾ, ਸਾਡੇ ਪਰਿਵਾਰ ਦਾ ਔਰ ਸਮਾਜ ਦਾ ਲਾਭ ਹੋਏਗਾ। ਇਹ ਦੁਨੀਆ ਜਿਹੜੀ ਹੈ ਇਹ ਬੇਗਮ ਪੂਰਾ ਹੋ ਜਾਏਗੀ। ਹੁਣ ਮਰਨ ਦੀ ਗੱਲ ਕਰਦੇ ਨੇ ਕਬੀਰ, ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣਿਆ ਕੋਏ। ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ। ਹੁਣ ਮਰਤਾ ਮਰਤਾ ਜਗ ਮੂਆ, ਇਹਨੂੰ ਮੂਆ ਨਹੀਂ ਪੜਨਾ, ਮੰਮੇ ਥੱਲੇ ਦੁਲੈਂਕੜ ਨੇ ਮੂਆ। ਕਬੀਰ, ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ਮਰਤਾ ਮਰਤਾ ਦਾ ਮਤਲਬ ਮੁੜ ਮੁੜ ਮਰਦਾ, ਰੋਜ਼ ਰੋਜ਼ ਮਰਦਾ ਹੈ। ਇੱਕ ਤਾਂ ਹੈ ਸਰੀਰਕ ਮੌਤ, ਉਹ ਤਾਂ ਮਰ ਹੀ ਜਾਣਾ ਨਾ ਬੰਦੇ ਨੇ। ਇੱਕ ਇਹ ਬੰਦਾ ਰੋਜ਼ ਮਰ ਰਿਹਾ ਹੈ, ਪਲ ਪਲ ਕਰਕੇ ਮਰ ਰਿਹਾ ਹੈ, ਘੁੱਟ ਘੁੱਟ ਕੇ ਮਰ ਰਿਹਾ ਹੈ। ਕਿੰਨੀਆਂ ਸਾਰੀਆਂ ਚਿੰਤਾਵਾਂ ਨੇ ਬੰਦੇ ਦੇ ਅੰਦਰ। ਕਹਿੰਦੇ ਨੇ ਨਾ ਚਿੰਤਾ ਔਰ ਚਿਖਾ ਬਰਾਬਰ ਹੀ ਹੁੰਦੀ, ਲੇਕਿਨ ਚਿੰਤਾ ਜਿਹੜੀ ਹੈ ਉਹ ਚਿਖਾ ਨਾਲੋਂ ਵੀ ਭੈੜੀ ਹੈ। ਚਿੰਤਾ ਬੰਦੇ ਨੂੰ ਚਿਖਾ ਤੱਕ ਪਹੁੰਚਾਉਂਦੀ ਹੈ। ਚਿਖਾ ਤੇ ਸਰੀਰ ਨੂੰ ਇੱਕ ਵਾਰੀ ਸਾੜ ਦਿੰਦੀ ਹੈ ਨਾ, ਤੇ ਚਿੰਤਾ ਦੇ ਅੰਦਰ ਤੇ ਬੰਦਾ ਸਾਰੀ ਜ਼ਿੰਦਗੀ ਸੜਦਾ ਹੈ। ਪਲ ਪਲ ਮਰ ਰਿਹਾ ਹੈ ਬੰਦਾ, ਪਲ ਪਲ ਦੁਖੀ ਹੋ ਰਿਹਾ ਹੈ ਬੰਦਾ, ਸਹਿਮ ਦਾ ਦਬਾਇਆ ਹੋਇਆ ਹੈ। ਹੁਣ ਦੇਖੋ, ਜਿਸ ਬੰਦੇ ਨੇ ਕੋਈ ਵਿਕਾਰ ਕਮਾ ਲਿਆ ਹੈ, ਮੰਨ ਲਓ ਕੋਈ ਆਚਰਨ ਤੋਂ ਗਿਰ ਗਿਆ, ਹੁਣ ਗਿਰ ਤੇ ਬੈਠਾ ਹੈ, ਲੇਕਿਨ ਹੁਣ ਪਲ ਪਲ ਮਰ ਰਿਹਾ ਹੈ ਕਿ ਜੇ ਘਰ ਵਾਲੀ ਨੂੰ ਪਤਾ ਲੱਗ ਗਿਆ, ਬੱਚਿਆਂ ਨੂੰ ਪਤਾ ਲੱਗ ਗਿਆ, ਸਮਾਜ ਨੂੰ ਪਤਾ ਲੱਗ ਗਿਆ, ਕੇਸ ਹੋ ਗਿਆ, 10 ਸਾਲ ਅੰਦਰ ਚਲਾ ਗਿਆ, ਪਲ ਪਲ ਮਰ ਰਿਹਾ ਨਾ। ਛੋਟਾ ਜਿਹਾ ਮਾੜਾ ਕਰਮ ਕਰਕੇ ਬੰਦਾ ਜੇਲ੍ਹ ਵਿੱਚ ਚਲਾ ਜਾਂਦਾ ਹੈ 5-10 ਸਾਲ ਵਾਸਤੇ, ਤੇ ਫਿਰ ਉਹ ਪਲ ਪਲ ਮਰਦਾ ਹੀ ਹੈ ਨਾ। ਜਿਸ ਬੰਦੇ ਦੇ ਅੰਦਰ ਝੂਠ ਹੈ, ਫਰੇਬ ਹੈ, ਪਲ ਪਲ ਮਰ ਰਿਹਾ ਹੈ, ਇਨਸਾਨੀਅਤ ਮਰਦੀ ਜਾਂਦੀ। ਜਦੋਂ ਅਸੀਂ ਸੱਚ ਨਾਲ ਟੁੱਟਦੇ ਹਾਂ ਉਦੋਂ ਇਨਸਾਨੀਅਤ ਮਰ ਜਾਂਦੀ ਹੈ। ਜਦੋਂ ਅਸੀਂ ਲੋਭ ਕਰਦੇ ਹਾਂ ਇਨਸਾਨੀਅਤ ਮਰ ਜਾਂਦੀ ਹੈ। ਬੰਦਾ ਪਲ ਪਲ ਮਰ ਰਿਹਾ ਹੈ। ਤਾਂ ਇੱਥੇ ਸਹਿਮ ਮੁਕਾਉਣ ਦੀ ਗੱਲ ਦੱਸੀ ਕਿ ਇਹ ਸਹਿਮ ਦੇ ਵਿੱਚੋਂ ਬੰਦਾ ਕਿਵੇਂ ਬਚੇ। ਜਿਨਨੇ ਦੁਨੀ ਵਾਸਤੇ ਦੀਨ ਨੂੰ ਗਵਾ ਦਿੱਤਾ ਹੈ, ਚਾਹੇ ਉਹ ਪੰਡਿਤ ਹੈ, ਚਾਹੇ ਉਹ ਰਾਜਾ ਭੂਪਤੀ ਹੈ, ਉਹ ਪਲ ਪਲ ਮਰ ਹੀ ਰਿਹਾ ਹੈ ਆਤਮਕ ਮੌਤੇ। ਤਾਂ ਭਗਤ ਕਬੀਰ ਜੀ ਕਹਿੰਦੇ ਨੇ ਕਿ ਹੇ ਕਬੀਰ, ਦੁਨੀਆ ਦਾ ਵਪਾਰੀ ਜਿਹੜਾ ਜਗਤ ਹੈ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, ਤੇ ਨਿਰੀ ਮਾਇਆ ਦਾ ਜਿਹੜਾ ਵਪਾਰੀ ਹੈ ਨਾ, ਕਿਸੇ ਧਿਰ ਨੂੰ ਇਹ ਸਮਝ ਨਹੀਂ ਆਉਂਦੀ, ਮਰ ਪੀ ਨਾ ਜਾਣਿਆ ਕੋਈ, ਕਿ ਇਸ ਮੌਤ ਤੋਂ ਕਿਵੇਂ ਬਚਿਆ ਜਾਏ, ਇਸ ਮੌਤ ਤੋਂ ਕਿਵੇਂ ਬਚੀਏ।
ਇਸ ਮੌਤ ਬਾਰੇ ਕੋਈ ਜਾਣ ਨਹੀਂ ਪਾਇਆ ਕਿ ਇਸ ਮੌਤ ਤੋਂ ਬਚੀਏ ਕਿਵੇਂ। ਪਲ ਪਲ ਦੇ ਸਹਿਮ, ਪਲ ਪਲ ਦਾ ਡਰ, ਪਲ ਪਲ ਦੀ ਮੌਤ, ਤੇ ਇਸ ਮੌਤ ਨੂੰ ਕੋਈ ਸਮਝ ਨਹੀਂ ਪਾਇਆ। ਮਰ ਪੀ ਨਾ ਜਾਣਿਆ ਕੋਈ, ਦਾ ਮਤਲਬ ਇਸ ਮੌਤ ਨੂੰ ਕੋਈ ਸਮਝ ਨਹੀਂ ਪਾਇਆ। ਔਰ ਹਕੀਕਤ ਹੈ, ਸਮਝਣ ਦੀ ਲੋੜ ਹੈ ਕਿਵੇਂ ਇਨਸਾਨੀਅਤ ਮਰਦੀ ਜਾ ਰਹੀ ਹੈ ਨਾ। ਇਹਦੀ ਹੁਣ ਬਹੁਤੀ ਵਿਆਖਿਆ ਕਰਨ ਦੀ ਲੋੜ ਨਹੀਂ। ਰਿਸ਼ਵਤਖੋਰੀ, ਚੋਰ ਬਾਜ਼ਾਰੀ, 2 ਨੰਬਰ ਦੇ ਧੰਦੇ, ਸਾਰਾ ਕੁਝ ਜਦੋਂ ਇਨਸਾਨੀਅਤ ਮਰਦੀ ਹੈ ਤੇ ਐਸਾ ਕੁਝ ਹੁੰਦਾ ਨਾ। ਹੁਣ ਜੇ ਅਸੀਂ ਕਿਸਾਨਾਂ ਦੀ ਗੱਲ ਕਰੀਏ ਤਾਂ ਜਦੋਂ ਉਹ ਕਿਸਾਨ ਨਹੀਂ ਚਾਹੁੰਦੇ, ਉਹਨਾਂ ਨੂੰ ਪਤਾ ਹੈ ਕਿ ਸਾਡੇ ਖਿਲਾਫ ਇਹ ਚੀਜ਼ ਹੈ, ਤਾਂ ਵਾਪਸ ਲੈ ਲੈਣੀ ਚਾਹੀਦੀ ਹੈ ਨਾ। ਲੇਕਿਨ ਜੇ ਅਗਲੇ ਪਾਸੇ ਜ਼ਮੀਰ ਜਿੰਦਾ ਹੋਏਗੀ ਤਾਂ ਹੀ ਹੈ ਨਾ। ਤਾਂ ਕਿਵੇਂ ਬੰਦਾ ਬੇਗਾਨੇ ਹੱਕ ਖਾਂਦਾ ਹੈ, ਕਿਵੇਂ ਦੂਜਿਆਂ ਦੇ ਉੱਤੇ ਅਤਿਆਚਾਰ ਕਰਦਾ ਹੈ, ਇਸ ਮੌਤ ਤੋਂ ਕਿਵੇਂ ਬਾਹਰ ਆਇਆ ਜਾਏ ਕਿ ਇਨਸਾਨੀਅਤ ਨਾ ਮਰੇ। ਬੰਦਾ ਇਹਨੂੰ ਸਮਝ ਨਹੀਂ ਪਾਇਆ। ਹੁਣ ਕਬੀਰ ਜੀ ਕਹਿੰਦੇ ਨੇ, ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ। ਇਸ ਚੀਜ਼ ਨੂੰ ਕੋਈ ਸਮਝ ਨਹੀਂ ਪਾਇਆ ਵੀ ਉਹ ਕਿਹੜੀ ਮੌਤ ਹੈ ਕਿ ਇੱਕ ਵਾਰੀ ਬੰਦਾ ਮਰ ਜਾਏ ਤੇ ਮੁੜ ਕੇ ਰੋਜ਼-ਰੋਜ਼ ਦਾ ਮਰਨਾ ਹੀ ਮੁੱਕ ਜਾਏ। ਸਾਧ ਸੰਗਤ ਵਿੱਚ ਪ੍ਰਭੂ ਦੀ ਸਿਫਤ ਸਲਾਹ ਕਰਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਦੁਨੀ ਨੂੰ ਛੱਡ ਕੇ ਦੀਨ ਦਾ ਮਾਰਗ ਅਪਣਾ ਕੇ, ਤੇ ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਸੱਚ ਦੇ ਰਾਹ ਤੇ ਬੰਦਾ ਤੁਰਦਾ ਨਾ, ਦੁਨੀਆ ਦੇ ਮੋਹ ਵੱਲੋਂ ਮਰ ਜਾਂਦਾ ਹੈ, ਵਿਕਾਰਾਂ ਵੱਲੋਂ ਆਪਣੇ ਆਪ ਨੂੰ ਰੋਕ ਲੈਂਦਾ, ਇਹਨੂੰ ਕਹਿੰਦੇ ਨੇ ਅਸਲੀ ਮਰਨਾ। ਫਿਰ ਮੁੜ ਕੇ ਰੋਜ਼ ਦਾ ਮਰਨਾ ਨਹੀਂ ਹੁੰਦਾ। ਜੋ ਮਨੁੱਖ ਜਿਉਂਦਾ ਹੀ ਮਰਦਾ ਹੈ, ਦੁਨੀਆ ਦਾ ਮੋਹ ਖਤਮ ਕਰ ਲੈਂਦਾ, ਵਿਕਾਰ ਖਤਮ ਕਰ ਦਿੰਦਾ, ਫਿਰ ਉਹਨੂੰ ਬਾਰ-ਬਾਰ ਨਹੀਂ ਮਰਨਾ ਪੈਂਦਾ। ਇਹ ਗੱਲ ਸਮਝਣ ਵਾਲੀ ਹੈ ਕਿ ਜਦੋਂ ਬੰਦਾ ਸੱਚ ਦੇ ਨਾਲ ਜੁੜ ਜਾਏ ਨਾ, ਸੱਚੇ ਰਾਹ ਨੂੰ ਅਪਣਾ ਲਵੇ, ਉਹਦੀ ਜ਼ਿੰਦਗੀ ਵਿੱਚ ਕੋਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ ਆਦਿਕ ਨਾ ਰਹੇ, ਔਰ ਸੱਚ ਦਾ ਧਾਰਨੀ ਹੋ ਜਾਏ, ਮੁੜ ਕੇ ਉਹ ਬੰਦਾ ਰੋਜ਼-ਰੋਜ਼ ਨਹੀਂ ਮਰਦਾ, ਉਹਨੂੰ ਰੋਜ਼-ਰੋਜ਼ ਨਹੀਂ ਮਰਨਾ ਪੈਂਦਾ, ਉਹਨੂੰ ਸदैਵੀਂ ਜ਼ਿੰਦਗੀ ਮਿਲ ਜਾਂਦੀ। ਔਰ ਇਤਿਹਾਸ ਪੜ੍ਹ ਕੇ ਦੇਖੋ, ਜਿਵੇਂ ਹੁਣ ਸੱਜਣ ਸੀ ਨਾ, ਤਾਂ ਰੋਜ਼ ਮਰ ਹੀ ਰਿਹਾ ਸੀ ਨਾ, ਲੋਕਾਂ ਨੂੰ ਵੀ ਮਾਰ ਰਿਹਾ ਸੀ ਤੇ ਆਪ ਵੀ ਉਹਦੀ ਜ਼ਮੀਰ ਮਰ ਰਹੀ ਸੀ। ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਉਹਨੇ ਅਪਣਾ ਲਿਆ, ਤਾਂ ਉਸ ਤੋਂ ਬਾਅਦ ਸੱਜਣ ਮਰਿਆ ਨਹੀਂ, ਫਿਰ ਉਹਦੀ ਜ਼ਮੀਰ ਨਹੀਂ ਮਰੀ, ਉਹਦੇ ਅੰਦਰੋਂ ਇਨਸਾਨੀਅਤ ਨਹੀਂ ਮਰੀ, ਉਹਨੂੰ ਸदैਵੀਂ ਜ਼ਿੰਦਗੀ ਮਿਲ ਗਈ। ਕੌਡੇ ਭੀਲ ਨੂੰ ਸदैਵੀਂ ਜ਼ਿੰਦਗੀ ਮਿਲ ਗਈ, ਭੂਮੀਏ ਨੂੰ ਸदैਵੀਂ ਜ਼ਿੰਦਗੀ ਮਿਲ ਗਈ, ਹਜ਼ਾਰਾਂ ਲੱਖਾਂ ਲੋਕਾਂ ਨੂੰ ਮਿਲ ਗਈ। ਹੁਣ ਜਦੋਂ ਅਸੀਂ ਆਪਣੇ ਉਹਨਾਂ ਸ਼ਹੀਦ ਸਿੰਘਾਂ ਵੱਲ ਦੇਖਦੇ ਹਾਂ, ਜਿਨ੍ਹਾਂ ਦਾ ਨਾਮ ਰੋਜ਼ ਅਸੀਂ ਅਰਦਾਸ ਵਿੱਚ ਲੈਂਦੇ ਹਾਂ, ਸदैਵੀਂ ਜ਼ਿੰਦਗੀ ਮਿਲ ਗਈ ਨਾ, ਫਿਰ ਮਰੇ ਨਹੀਂ ਉਹ। ਸਾਡੀਆਂ ਨੌਜਵਾਨ ਧੀਆਂ ਭੈਣਾਂ, ਮਾਤਾਵਾਂ, ਜਿਨ੍ਹਾਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਤੇ ਗਲੇ ਦੇ ਹਾਰ ਬਣਾ ਦਿੱਤੇ, ਪਰ ਉਹਨਾਂ ਦੇ ਅੰਦਰੋਂ ਇਨਸਾਨੀਅਤ ਨਹੀਂ ਨਾ ਮਰੀ, ਬਾਰ-ਬਾਰ ਮਰਨਾ ਹੀ ਨਹੀਂ, ਮੁੱਕ ਗਿਆ, ਮਰਨਾ ਹੀ ਮੁੱਕ ਗਿਆ, ਸदैਵੀਂ ਜ਼ਿੰਦਗੀ ਮਿਲ ਗਈ। ਤਾਂ ਜਿਹੜਾ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਮਾਰ ਲੈਂਦਾ ਹੈ, ਮਨ ਦੀ ਮੱਤ ਨੂੰ ਖਤਮ ਕਰ ਲੈਂਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੀ ਗੁਣ ਗਾਏ, ਜਿਹੜਾ ਇਸ ਰਾਸਤੇ ਨੂੰ ਅਪਣਾ ਲੈਂਦਾ, ਫਿਰ ਉਹਨੂੰ ਰੋਜ਼-ਰੋਜ਼ ਨਹੀਂ ਮਰਨਾ ਪੈਂਦਾ। ਫਿਰ ਉਹਦੀ ਜ਼ਿੰਦਗੀ ਦੇ ਅੰਦਰ ਰੋਜ਼-ਰੋਜ਼ ਦੇ ਸਹਿਮ, ਚਿੰਤਾਵਾਂ, ਡਰ ਨਹੀਂ ਰਹਿੰਦੇ। ਦੇਖੋ ਕਿੰਨਾ ਸੋਹਣਾ ਮਾਰਗ ਸदैਵੀਂ ਜ਼ਿੰਦਗੀ ਦਾ ਦੇ ਰਹੇ ਨੇ ਕਿ ਰੋਜ਼-ਰੋਜ਼ ਦਾ ਮਰਨਾ ਹੀ ਮੁੱਕ ਜਾਏਗਾ, ਚਿੰਤਾਵਾਂ ਹੀ ਮੁੱਕ ਜਾਣਗੀਆਂ, ਚੜ੍ਹਦੀ ਕਲਾ, ਖੁਸ਼ੀਆਂ, ਪੋਜ਼ਿਟਿਵ ਥਿੰਕਿੰਗ, ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸਤਾ ਵਾਲੀ ਜ਼ਿੰਦਗੀ, ਸਦਾ ਆਨੰਦਮਈ ਜੀਵਨ, ਇਨਸਾਨੀਅਤ ਵਾਲਾ ਜੀਵਨ ਮਿਲ ਜਾਏਗਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ, ਭੋਏ ਗਿਰਹਿ ਬਹੁਰ ਨਾ ਲਾਗਹਿ ਡਾਰ। ਇਹਨੂੰ ਭੋਏ ਨਹੀਂ ਪੜਨਾ, ਭੋਏ ਪੜਨਾ ਹੈ ਭੋਏ। ਗਿਰਹਿ ਨਹੀਂ, ਕਿਉਂਕਿ ਗਿਰਨਾ ਕਿਰਿਆਵਾਚੀ ਸ਼ਬਦ ਹੈ, ਕਿਰਿਆਵਾਚੀ ਹਾਹੇ ਦੇ ਨਾਲ ਸਿਹਾਰੀ ਲੱਗੀ ਹੈ, ਇਹ ਬਹੁਵਚਨੀ ਸ਼ਬਦ ਹੋਏਗਾ। ਗਿਰਹਿ ਬਹੁਰ ਨਾ ਲਾਗਹਿ, ਨਾਸਕੀ ਉਚਾਰਨ ਲਾਗਹਿ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ। ਦੁਲੰਭ ਦਾ ਮਤਲਬ ਜਿਹੜਾ ਬੜਾ ਔਖਾ ਮਿਲਦਾ ਹੈ, ਮੀਨਸ ਬੜਾ ਕੀਮਤੀ। ਇੱਥੇ ਦੁਲੰਭ ਦਾ ਮਤਲਬ ਹੈ ਕੀਮਤੀ। ਮਾਨਸ ਦਾ ਮਤਲਬ ਮਨੁੱਖ ਦਾ ਜਨਮ,
ਬਾਰੇ ਬਾਰ ਦਾ ਮਤਲਬ ਮੁੜ ਮੁੜ ਕੇ। ਕਬੀਰ ਜੀ ਕਹਿੰਦੇ ਨੇ ਕਿ ਇਹ ਮਨੁੱਖਾ ਜਨਮ ਜਿਹੜਾ ਹੈ ਬੜਾ ਕੀਮਤੀ ਹੈ, ਇਹ ਮੁੜ ਮੁੜ ਕੇ ਨਹੀਂ ਮਿਲਦਾ ਕਿ ਹੁਣ ਮਰਨ ਤੋਂ ਬਾਅਦ ਸਾਨੂੰ ਫਿਰ ਮਨੁੱਖ ਦੇਹ ਮਿਲ ਜਾਏਗੀ, ਚਲੋ ਅਗਲੇ ਜਨਮ ਦੇ ਸੁਧਾਰ ਲਵਾਂਗੇ। ਮੁੜ ਮੁੜ ਕੇ ਨਹੀਂ ਮਿਲਦਾ, ਬੜਾ ਕੀਮਤੀ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਮਨੁੱਖਾ ਜਨਮ ਬੜਾ ਕੀਮਤੀ ਹੈ, ਇਹ ਮੁੜ ਮੁੜ ਕੇ ਨਹੀਂ ਮਿਲਦਾ। ਤੇ ਇਹ ਚੀਜ਼ ਨੂੰ ਸਮਝ ਲੈਣਾ। ਮਨੁੱਖ ਅਸੀਂ ਉਦੋਂ ਹੀ ਆ ਨਾ ਜਦੋਂ ਅਸੀਂ ਮਨੁੱਖਾਂ ਵਾਲੇ ਕੰਮ ਕਰਦੇ ਹਾਂ, ਤੇ ਜੇ ਬੰਦਾ ਮਨੁੱਖਾਂ ਵਾਲੇ ਕੰਮ ਛੱਡ ਦੇਵੇ ਤਾਂ ਫਿਰ ਇਹਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੋ ਜਾਣਗੀਆਂ, ਜਿਹਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਮੰਨ ਲਓ ਅਸੀਂ ਕੋਈ ਮਾੜਾ ਕਰਮ ਕਰ ਲਿਆ, ਪਸ਼ੂ ਬਿਰਤੀ ਵਾਲਾ ਕਰਮ ਕਰ ਲਿਆ, ਤੇ ਹੁਣ ਉਸ ਸਮੇਂ ਨੇ ਸਾਨੂੰ ਦੁਬਾਰਾ ਤਾਂ ਮਿਲਣਾ ਨਹੀਂ। ਜਿਹੜਾ ਸਮਾਂ ਲੰਘ ਗਿਆ ਉਹ ਸਾਨੂੰ ਦੁਬਾਰਾ ਨਹੀਂ ਮਿਲਣਾ। ਅੱਜ ਸੋਮਵਾਰ ਹੈ ਨਾ, ਤੇ ਕੱਲ ਜੋ ਐਤਵਾਰ ਲੰਘ ਗਿਆ ਉਹ ਦਿਨ ਨੇ ਦੁਬਾਰਾ ਨਹੀਂ ਆਉਣਾ। ਅਗਲਾ ਐਤਵਾਰ ਆਏਗਾ, ਜਿਹੜਾ ਲੰਘ ਗਿਆ ਉਹਨੇ ਨਹੀਂ ਆਉਣਾ ਦੁਬਾਰਾ। ਜਿਹੜਾ ਪਿਛਲਾ ਘੰਟਾ ਸੀ ਬਤੀਤ ਕੀਤਾ ਹੈ ਉਹਨੇ ਦੁਬਾਰਾ ਨਹੀਂ ਆਉਣਾ। ਲੰਘ ਗਿਆ ਸੋ ਲੰਘ ਗਿਆ। ਹੁਣ ਉਹਨੂੰ ਕਿਵੇਂ ਸੁਧਾਰੋਗੇ? ਤੁਸੀਂ ਜੋ ਮਾੜੇ ਬੋਲ ਬੋਲ ਬੈਠੇ ਹੋ, ਮੁਆਫੀ ਤੇ ਮੰਗ ਲਓਗੇ, ਪਰ ਉਹਨਾਂ ਬੋਲਾਂ ਨੂੰ ਵਾਪਸ ਕਿਵੇਂ ਲਓਗੇ? ਜਿਹੜਾ ਕਿਸੇ ਨੂੰ ਦੁੱਖ ਦੇ ਬੈਠੇ, ਕਤਲ ਕਰ ਬੈਠੇ, ਉਹਨੂੰ ਕਿਵੇਂ ਜ਼ਿੰਦਾ ਕਰੋਗੇ? ਇਸ ਲਈ ਕਬੀਰ ਜੀ ਕਹਿੰਦੇ ਨੇ ਜਿਹੜਾ ਮਨੁੱਖਾ ਜਨਮ ਹੈ ਬੜਾ ਕੀਮਤੀ ਹੈ, ਟਾਈਮ ਬੜਾ ਕੀਮਤੀ ਹੈ, ਇਹ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਦਾ। ਤੇ ਨਾਲ ਕਹਿ ਰਹੇ ਨੇ ਜਿਉਂ ਬਨ ਫਲ ਪਾ ਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਬਨ ਦਾ ਮਤਲਬ ਜੰਗਲ। ਜਿਵੇਂ ਜੰਗਲ ਦੇ ਫਲ ਨੇ, ਜੰਗਲ ਦੇ ਰੁੱਖਾਂ ਦੇ ਫਲ ਨੇ, ਪਾਕੇ ਦਾ ਮਤਲਬ ਪੱਕ ਕੇ, ਭੋਏ ਗਿਰੇ ਜ਼ਮੀਨ ਤੇ ਡਿੱਗ ਪੈਂਦੇ ਨੇ, ਬਹੁਰ ਨਾ ਲਾਗੈ ਡਾਰ, ਮੁੜ ਕੇ ਉਹ ਡਾਲੀ ਦੇ ਨਾਲ ਨਹੀਂ ਲੱਗਦੇ। ਜੰਗਲ ਦੇ ਰੁੱਖਾਂ ਦੇ ਫਲ ਪੱਕੇ ਹੋਏ ਜ਼ਮੀਨ ਤੇ ਡਿੱਗ ਪੈਣ ਤੇ ਕੀ ਕੋਈ ਸਾਧਨ ਹੈ ਕਿ ਤੁਸੀਂ ਉਹਨਾਂ ਨੂੰ ਮੁੜ ਕੇ ਟਹਿਣੀ ਨਾਲ ਲਗਾ ਦਿਓ? ਮੁੜ ਕੇ ਟਹਿਣੀ ਨਾਲ ਨਹੀਂ ਨਾ ਲੱਗਦੇ। ਐਵੇਂ ਮਨੁੱਖ ਜਨਮ ਵੀ ਦੁਬਾਰਾ ਨਹੀਂ ਮਿਲਣਾ, ਸਮਾਂ ਵੀ ਜਿਹੜਾ ਲੰਘ ਗਿਆ ਦੁਬਾਰਾ ਨਹੀਂ ਮਿਲਣਾ। ਇੱਥੇ ਇੱਕ ਬੜੀ ਗੁੱਝੀ ਗੱਲ ਕਹੀ ਜਾ ਰਹੀ ਹੈ। ਜੰਗਲ ਦੇ ਫਲਾਂ ਦੀ ਗੱਲ ਕੀਤੀ ਹੈ, ਜਿਵੇਂ ਜੰਗਲ ਦੇ ਰੁੱਖਾਂ ਦੇ ਫਲ ਡਿੱਗ ਕੇ ਦੁਬਾਰਾ ਟਹਿਣੀ ਨਾਲ ਨਹੀਂ ਲੱਗਦੇ। ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਤੁਸੀਂ ਘਰਾਂ ਦੇ ਵਿੱਚ ਰੁੱਖ ਲਾਏ ਨੇ, ਚਾਹੇ ਉਹ ਨਿੰਬੂਆਂ ਦੇ ਨੇ, ਚਾਹੇ ਉਹ ਅਮਰੂਦਾਂ ਦੇ ਨੇ, ਜਾਂ ਕੋਈ ਵੀ ਫਲ ਹੈ, ਕੀ ਜੇ ਘਰ ਵਾਲੇ ਜਿਹੜੇ ਅਸੀਂ ਬਾਗਾਂ ਵਿੱਚ ਫਲ ਲਾਏ ਨੇ ਉਹ ਟੁੱਟ ਕੇ ਡਿੱਗ ਜਾਣ ਤੇ ਦੁਬਾਰਾ ਲੱਗ ਜਾਂਦੇ ਨੇ? ਦੁਬਾਰਾ ਤੇ ਉਹ ਵੀ ਨਹੀਂ ਲੱਗਦੇ। ਫਿਰ ਜੰਗਲ ਦੇ ਹੀ ਕਿਉਂ ਕਹੇ ਨੇ? ਜੰਗਲ ਦੇ ਇਸ ਕਰਕੇ ਕਹੇ ਨੇ ਵੀ ਘਰਾਂ ਦੇ ਬਾਗਾਂ ਦੇ ਜਿਹੜੇ ਫਲ ਨੇ ਨਾ, ਉਹ ਟੁੱਟ ਕੇ ਡਿੱਗ ਜਾਣ ਤੇ ਕਿਸੇ ਦੇ ਕੰਮ ਆ ਜਾਂਦੇ ਨੇ, ਤੇ ਜੰਗਲ ਦਾ ਫਲ ਤੇ ਕਿਸੇ ਦੇ ਕੰਮ ਵੀ ਨਹੀਂ ਨਾ ਹੁੰਦਾ। ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਕਿਸੇ ਦੇ ਕੰਮ ਆਉਣਾ ਚਾਹੀਦਾ ਹੈ। ਕੰਮ ਜੇ ਨਹੀਂ ਆਏ ਤੇ ਜੰਗਲ ਦੇ ਰੁੱਖ ਦੀ ਤਰ੍ਹਾਂ ਹੀ ਹੈ ਨਾ, ਫਲ ਪੱਕਿਆ ਵੀ ਡਿੱਗ ਵੀ ਗਿਆ, ਕਿਸੇ ਦੇ ਕੰਮ ਵੀ ਨਾ। ਇਹ ਮਨੁੱਖ ਜ਼ਿੰਦਗੀ ਵੀ ਅਸੀਂ ਜੀਵੀ ਤੇ ਕਿਸੇ ਦੇ ਕੰਮ ਵੀ ਨਾ ਆਈ, ਨਾ ਸਾਡੇ ਆਪਣੇ ਕੰਮ ਆਈ, ਨਾ ਪਰਿਵਾਰ ਦੇ, ਨਾ ਸਮਾਜ ਦੇ। ਇਹਦਾ ਲਾਭ ਕੀ ਹੋਇਆ? ਇਹਦਾ ਲਾਭ ਤਾਂ ਹੈ ਕਿ ਸਾਡਾ ਜੀਵਨ ਕੰਮ ਆ ਜਾਏ। ਪਹਿਲੀ ਗੱਲ ਆਪਣੇ ਕੰਮ ਆਵੇ, ਤੇ ਸਾਡਾ ਕੰਮ ਤਾਂ ਹੀ ਹੈ ਨਾ ਆਇਆ ਜੇਕਰ ਸਾਨੂੰ ਐਸੀ ਜ਼ਿੰਦਗੀ ਮਿਲੇ, ਐਸਾ ਜੀਵਨ ਅਸੀਂ ਜੀਵੀਏ ਜਿਸ ਜੀਵਨ ਕਰਕੇ ਸਾਨੂੰ ਇਸ ਦੁਨੀਆ ਚੋਂ ਮਾਣ ਮਿਲੇ, ਸਤਿਕਾਰ ਮਿਲੇ, ਪਿਆਰ ਮਿਲੇ। ਇਹੋ ਜਿਹੇ ਕੰਮ ਕਰੀਏ, ਤੇ ਜੇ ਇਹੋ ਜਿਹੇ ਕੰਮ ਕੀਤਿਆਂ ਸਾਨੂੰ ਪਿਆਰ ਸਤਿਕਾਰ ਮਿਲਿਆ ਤਾਂ ਇਹਦਾ ਮਤਲਬ ਇਹ ਜੀਵਨ ਕੰਮ ਆਇਆ ਨਾ, ਸਾਡੇ ਕੰਮ ਆਇਆ। ਦੂਜੀ ਗੱਲ ਕਿ ਜੋ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦੇ ਨਾਲ ਸਾਡੇ ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ, ਸਮਾਜ ਨੂੰ ਸੁੱਖ ਮਿਲੇ ਤਾਂ ਉਹਨਾਂ ਦੇ ਕੰਮ ਆਇਆ ਨਾ, ਕਿਉਂਕਿ ਉਹਨਾਂ ਨੂੰ ਵੀ ਸੁੱਖ ਮਿਲਿਆ। ਤੇ ਜੇ ਸਾਡੀ ਇਸ ਜ਼ਿੰਦਗੀ ਚੋਂ ਨਾ ਤੇ ਸਾਨੂੰ ਹੀ ਸੁੱਖ ਮਿਲਿਆ ਤੇ ਨਾ ਸਮਾਜ ਨੂੰ ਹੀ ਸੁੱਖ ਮਿਲਿਆ, ਤੇ ਇਸ ਜ਼ਿੰਦਗੀ ਦਾ ਫਾਇਦਾ ਕੀ ਹੋਇਆ? ਫਲ ਪੱਕਿਆ ਵੀ, ਲੱਗਿਆ ਵੀ, ਕੰਮ ਵੀ ਕਿਸ ਦੇ ਨਾਲ ਆਇਆ? ਬੇਕਾਰ ਹੋ ਗਿਆ ਨਾ। ਦੇਖੋ ਕਿੰਨੇ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਕੰਮ ਆਈ ਹੈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, 10 ਗੁਰੂ ਸਾਹਿਬਾਨ ਨੇ, ਭਗਤ ਜਨ ਨੇ, ਬਾਣੀਕਾਰ ਗੁਰਸਿੱਖ ਨੇ, ਉਹਨਾਂ ਦੀ ਜ਼ਿੰਦਗੀ ਕੰਮ ਆਈ ਨਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜੀਵਨ ਕੰਮ ਆਇਆ ਨਾ। ਸਮਾਜ ਨੂੰ, ਸੰਸਾਰ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ, ਨਵੀਂ ਸੋਚ ਦਿੱਤੀ, ਇਨਸਾਨੀਅਤ ਦਿੱਤੀ।
ਜੀਵਨ ਕੰਮ ਆਇਆ ਨਾ। ਜਿਹੜੇ ਹੁਣ ਇਹਨਾਂ ਤੋਂ ਧਾਰਮਿਕ ਦੁਨੀਆ ਤੋਂ ਦੂਜੇ ਪਾਸੇ ਅਸੀਂ ਸਾਇੰਸ ਵੱਲ ਇੱਕ ਝਾਤ ਮਾਰੀਏ, ਜਿਹੜੇ ਡਾਕਟਰ ਨੇ, ਇੰਜੀਨੀਅਰ ਨੇ, ਵਿਗਿਆਨਿਕ ਨੇ, ਮਨੋਵਿਗਿਆਨਿਕ ਨੇ, ਮਨੋਚਿਕਿਤਸਕ ਨੇ, ਇਹਨਾਂ ਦੀ ਜ਼ਿੰਦਗੀ ਕੰਮ ਆਈ ਨਾ। ਦਵਾਈਆਂ ਦੀ ਖੋਜ ਕੀਤੀ, ਇੰਜੀਨੀਅਰਿੰਗ ਦੀ ਦੁਨੀਆ ਵਿੱਚ ਖੋਜ ਕੀਤੀ, ਸਾਇੰਸ ਦੀ ਦੁਨੀਆ ਵਿੱਚ ਖੋਜ ਕੀਤੀ। ਅੱਜ ਅਸੀਂ ਇਲੈਕਟ੍ਰੋਨਿਕ ਮੀਡੀਆ ਵਿੱਚ ਵਿਚਰ ਰਹੇ ਹਾਂ। ਜਿਨ੍ਹਾਂ ਨੇ ਹਵਾਈ ਜਹਾਜ਼ ਦੀ ਖੋਜ ਕੀਤੀ, ਉਹਨਾਂ ਦਾ ਜੀਵਨ ਕੰਮ ਆਇਆ ਨਾ। ਹੁਣ ਸਾਡੇ ਕੰਮ ਆ ਰਿਹਾ, ਕਿੰਨੀਆਂ ਪੀੜ੍ਹੀਆਂ ਤੱਕ ਕੰਮ ਆਉਂਦਾ ਰਹੇਗਾ। ਜਿਹਨੇ ਲਾਈਟ ਦੀ ਖੋਜ ਕੀਤੀ, ਬਲਬ ਦੀ, ਉਹਦਾ ਜੀਵਨ ਸਾਡੇ ਕੰਮ ਆ ਰਿਹਾ ਨਾ। ਤਾਂ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕੰਮ ਕਰੋ ਜਿਸ ਕਰਕੇ ਜ਼ਿੰਦਗੀ ਕੰਮ ਆ ਜਾਏ। ਤੇ ਜੇ ਜ਼ਿੰਦਗੀ ਕੰਮ ਕਿਸੇ ਦੀ ਨਹੀਂ ਆਈ, ਨਾ ਆਪਣੇ ਨਾ ਕਿਸੇ ਬੇਗਾਨੇ ਦੇ, ਤਾਂ ਇਹ ਜ਼ਿੰਦਗੀ ਇੱਕ ਜੰਗਲ ਦੇ ਫਲ ਵਰਗੀ ਹੈ, ਜਿਹੜਾ ਵਰਕਸ਼ ਦੇ ਨਾਲ ਲੱਗਿਆ ਵੀ, ਪੱਕਿਆ ਵੀ, ਡਿੱਗ ਵੀ ਗਿਆ ਤੇ ਕਿਸੇ ਦੇ ਕੰਮ ਵੀ ਨਹੀਂ ਆਇਆ। ਇਸ ਲਈ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਮਨੁੱਖੋ, ਇਹ ਜੀਵਨ ਬੜਾ ਕੀਮਤੀ ਹੈ। ਇਸ ਜੀਵਨ ਨੂੰ ਐਵੇਂ ਅਜਾਈਂ ਵਿਕਾਰਾਂ ਦੇ ਵਿੱਚ ਨਾ ਗਵਾਓ। ਇਸ ਜੀਵਨ ਤੋਂ ਕੰਮ ਲਓ, ਅੱਖਾਂ ਤੋਂ, ਕੰਨਾਂ ਤੋਂ, ਹੱਥਾਂ ਤੋਂ, ਪੈਰਾਂ ਤੋਂ ਐਸਾ ਕੰਮ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਪੈਦਾ ਹੋਵੇ ਤੇ ਸਮਾਜ ਨੂੰ ਵੀ ਕੋਈ ਸੁੱਖਾਂ ਦੀ ਦੇਣ ਦੇ ਜਾਓ। ਅਗਲਾ ਬਚਨ ਕਰਦੇ ਨੇ, ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ। ਇੱਥੇ ਜੋ ਪਹਿਲਾ ਸ਼ਬਦ ਨਾ ਕਬੀਰਾ, ਇਹ ਤੇ ਹੈ ਕਬੀਰ ਜੀ ਵਾਸਤੇ। ਤੇ ਦੂਜਾ ਜਿਹੜਾ ਕਬੀਰ ਸ਼ਬਦ ਹੈ, ਉਹਦਾ ਮਤਲਬ ਹੈ ਸਭ ਤੋਂ ਵੱਡਾ। ਕਬੀਰ ਸ਼ਬਦ ਦਾ ਮੀਨਿੰਗ ਵੱਡਾ ਹੁੰਦਾ ਹੈ। ਤਾਂ ਕਬੀਰ ਜੀ ਕਹਿ ਰਹੇ ਨੇ ਕਿ ਇਸ ਮਨੁੱਖਾ ਜਨਮ ਦਾ ਜੋ ਅਸਲ ਮਨੋਰਥ ਹੈ ਨਾ, ਉਹ ਰੱਬ ਦੀ ਪ੍ਰਾਪਤੀ ਹੈ, ਸਚਿਆਰ ਹੋਣਾ ਹੈ। ਇਹਦੀ ਖਾਤਰ ਇਹ ਜ਼ਰੂਰੀ ਹੈ ਕਿ ਰੱਬ ਦੀ ਸਿਫਤ ਸਲਾਹ ਕੀਤੀ ਜਾਏ, ਰੱਬੀ ਗੁਣ ਗਾਏ ਜਾਣ। ਤੇ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ। ਕੀ ਹੈ ਕਬੀਰ, ਸਦਾ ਇੰਜ ਆਖ ਕਿ ਹੈ ਪ੍ਰਭੂ, ਤੂੰ ਸਭ ਤੋਂ ਵੱਡਾ ਹੈ। ਕਬੀਰ ਤੂੰ ਦਾ ਮਤਲਬ ਤੂੰ ਸਭ ਤੋਂ ਵੱਡਾ ਹੈ ਪ੍ਰਭੂ। ਤੇਰੋ ਨਾਉ ਕਬੀਰ, ਨਾਉ ਦਾ ਮਤਲਬ ਹੁਕਮ, ਨਿਆਂ। ਤੇਰਾ ਨਿਆਂ, ਤੇਰਾ ਹੁਕਮ ਬਹੁਤ ਵੱਡਾ ਹੈ, ਮਹਾਨ ਹੈ ਤੇਰਾ ਹੁਕਮ, ਮਹਾਨ ਹੈ ਤੂੰ। ਇਹਦਾ ਮਤਲਬ ਕਿ ਸਾਨੂੰ ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਰੱਬ ਦੀ ਰਜ਼ਾ ਬੜੀ ਮਹਾਨ ਹੈ। ਰਾਮ ਰਤਨ ਤਬ ਪਾਈਐ, ਜੋ ਪਹਿਲੇ ਤਜੈ ਸ਼ਰੀਰ। ਤਜੈ ਦਾ ਮਤਲਬ ਜੇ ਤੂੰ ਛੱਡ ਦੇਵੇਂ। ਸ਼ਰੀਰ ਦਾ ਮਤਲਬ ਇੱਥੇ ਹੈ ਸ਼ਰੀਰ ਦਾ ਮੋਹ। ਇੱਥੇ ਸ਼ਰੀਰ ਛੱਡਣ ਦਾ ਮਤਲਬ ਇਹ ਨਹੀਂ ਕਿ ਸ਼ਰੀਰ ਛੱਡ, ਪਹਿਲੋਂ ਤੇਰੀ ਮੌਤ ਹੋਏਗੀ ਤਾਂ ਰੱਬ ਮਿਲੇਗਾ, ਐਵੇਂ ਨਹੀਂ ਹੈ। ਇੱਥੇ ਸ਼ਰੀਰ ਤਿਆਗਣ ਦਾ ਮਤਲਬ ਹੈ ਸ਼ਰੀਰ ਦਾ ਮੋਹ ਤਿਆਗਣਾ। ਜਿਵੇਂ ਆਪਾਂ ਪਿਛਲੇ ਸ਼ਲੋਕਾਂ ਵਿੱਚ ਵਿਚਾਰ ਆਏ ਆ ਨਾ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਜਦੋਂ ਅਸੀਂ ਆਪਣੀ ਸੁਰਤ ਨੂੰ ਵਿਕਾਰਾਂ ਵੱਲੋਂ ਮਾਰਾਂਗੇ, ਹਟਾਵਾਂਗੇ, ਤਾਂ ਸਾਨੂੰ ਪੂਰਨ ਪਰਮ ਆਨੰਦ ਮਿਲੇਗਾ। ਜੇ ਅਸੀਂ ਵਿਕਾਰਾਂ ਵੱਲੋਂ ਮਰਾਂਗੇ, ਹਉਮੈ ਵੱਲੋਂ ਮਰਾਂਗੇ, ਆਪਣੀ ਹਉਮੈ ਨੂੰ ਮਾਰਾਂਗੇ, ਮੋਹ ਨੂੰ ਮਾਰਾਂਗੇ, ਤਾਂ ਇੱਥੇ ਵੀ ਰਾਮ ਰਤਨ ਤਬ ਪਾਈ ਹੈ। ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ, ਰਤਨ ਦਾ ਮਤਲਬ ਕੀਮਤੀ ਗੁਣ ਜਿਹੜੇ ਰੱਬ ਦੇ ਨੇ, ਤਾਂ ਮਿਲਣਗੇ ਜੋ ਪਹਿਲੇ ਤਜੇ ਸ਼ਰੀਰ। ਜੇ ਤੂੰ ਪਹਿਲੋਂ ਸ਼ਰੀਰ ਦਾ ਮੋਹ ਤਿਆਗ ਦਵੇਂ। ਸ਼ਰੀਰ ਦਾ ਮੋਹ ਮਤਲਬ ਸ਼ਰੀਰ ਦੇ ਚਸਕੇ। ਅਸੀਂ ਅੱਖਾਂ ਦੇ ਨਾਲ ਪਰਤਰੇ ਪਰਤਨ ਰੂਪ ਤੱਕਦੇ ਹਾਂ, ਕੰਨਾਂ ਨਾਲ ਅਸੀਂ ਕਿਸੇ ਦੀ ਬਦਖੋਈ, ਝੂਠ, ਨਿੰਦਿਆ ਸੁਣਦੇ ਹਾਂ, ਜ਼ਬਾਨ ਦੇ ਨਾਲ ਅਸੀਂ ਮਾੜੇ ਬੋਲ ਬੋਲਦੇ ਹਾਂ, ਹੱਥਾਂ ਦੇ ਨਾਲ ਮਾੜੇ ਕਰਮ ਕਰਦੇ ਹਾਂ, ਪੈਰਾਂ ਨਾਲ ਮਾੜੇ ਪਾਸੇ ਚੱਲ ਕੇ ਜਾਂਦੇ ਹਾਂ, ਮਨ ਕਰਕੇ ਮਾੜਾ ਸੋਚਦੇ ਹਾਂ। ਇਹਨਾਂ ਕੰਮਾਂ ਨੂੰ ਤਿਆਗਣਾ ਹੀ ਸਰੀਰ ਤਿਆਗਣਾ ਹੈ, ਸਰੀਰ ਦੇ ਮਾੜੇ ਕੰਮ ਤਿਆਗਣੇ। ਤਾਂ ਕਬੀਰ ਜੀ ਕਹਿੰਦੇ ਨੇ, ਪਹਿਲਾਂ ਸਰੀਰ ਦਾ ਮੋਹ, ਸਰੀਰ ਦੇ ਚਸਕੇ, ਵਿਕਾਰ, ਇਹਨਾਂ ਨੂੰ ਛੱਡੇਗਾ ਤਾਂ ਤੈਨੂੰ ਪ੍ਰਭੂ ਦਾ ਮਿਲਾਪ ਨਸੀਬ ਹੋਏਗਾ। ਤੇ ਜੇ ਤੂੰ ਝੂਠਾਂ ਫਰੇਬਾਂ ਦੇ ਵਿੱਚ ਰਚਿਆ ਤਾਂ ਫਿਰ ਨਹੀਂ ਨਾ। ਜਿੱਥੇ ਹਨੇਰਾ ਹੈ ਉੱਥੇ ਚਾਨਣ ਨਹੀਂ ਹੈ, ਜਿੱਥੇ ਝੂਠ ਹੈ ਉੱਥੇ ਸੱਚ ਨਹੀਂ ਹੋਏਗਾ ਨਾ। ਪ੍ਰਭੂ ਦਾ ਨਾਮ ਹੈ ਨਾ ਸੱਚ। ਜਿੱਥੇ ਸੱਚ ਹੋਏਗਾ ਉੱਥੇ ਝੂਠ ਨਹੀਂ। ਜਿੱਥੇ ਨਿਰਭੈਤਾ ਹੈ ਉੱਥੇ ਡਰ ਭਉ ਨਹੀਂ। ਜਿੱਥੇ ਨਿਰਵੈਰਤਾ ਹੈ ਉੱਥੇ ਦੁਸ਼ਮਣੀ ਨਹੀਂ ਹੈ। ਇਸ ਲਈ ਇਹਨਾਂ ਵਿਕਾਰਾਂ ਨੂੰ ਛੱਡੇਗਾ ਤਾਂ ਤੈਨੂੰ ਜਿਹੜਾ ਕੀਮਤੀ ਪ੍ਰਭੂ ਹੈ ਉਹਦਾ ਮਿਲਾਪ ਹਾਸਲ ਹੋਏਗਾ।
कबीर चंख ना चंखिए, तुमरो कहो ना हुए, करम करीम जो कर रहे, मेट ना साकै कोई। ਝੰਖ ਦਾ ਮਤਲਬ ਹੈ ਝਖਾ ਮਾਰਨੀਆਂ। ਝੰਖ ਨਾ ਝੰਖੀ ਹੈ, ਇਹਦਾ ਮਤਲਬ ਸਾਨੂੰ ਝਖਾ ਨਹੀਂ ਮਾਰਨੀਆਂ ਚਾਹੀਦੀਆਂ। ਝੰਖ ਦਾ ਮਤਲਬ ਚੱਕ ਚੱਕ ਕਰਨੀ, ਬੁੜ ਬੁੜ ਕਰਦੇ ਰਹਿਣਾ ਸਾਰਾ ਦਿਨ, ਗਿਲੇ ਗੁਜ਼ਾਰੀਆਂ। ਅਸੀਂ ਕਹਿੰਦੇ ਨਾ ਵੀ ਸਾਡਾ ਤਾਂ ਫਲਾਂ ਬੰਦਾ, ਸਾਡੀ ਬੇਬੇ ਬੁੜ ਬੁੜ ਹੀ ਕਰਦੀ ਰਹਿੰਦੀ ਹੈ, ਗਿਲੇ ਗੁਜ਼ਾਰੀਆਂ। ਇਹ ਬੁੜ ਬੁੜ ਸ਼ਬਦ ਹੈ ਨਾ, ਝੰਖ ਨਾ ਝੰਖੀ ਹੈ, ਝਖਾ ਮਾਰਨੀਆਂ। ਕਬੀਰ ਜੀ ਕਹਿੰਦੇ ਨੇ ਸਰੀਰ ਤਜਨ ਦਾ ਭਾਵ ਇਹ ਹੈ ਕਿ ਦੁਨੀਆ ਦੇ ਖਾਤਰ ਗਿਲੇ ਗੁਜ਼ਾਰੀਆਂ ਨਾ ਕਰਦੇ ਰਹੀਏ। ਦੁਨੀਆ ਦੇ ਖਾਤਰ ਗਿਲੇ ਗੁਜ਼ਾਰੀਆਂ ਕਰਨੀਆਂ, ਇਹ ਨਹੀਂ ਹੋਇਆ, ਉਹ ਨਹੀਂ ਹੋਇਆ, ਇੰਜ ਹੋਣਾ ਚਾਹੀਦਾ ਸੀ। ਕਬੀਰ ਜੀ ਕਹਿੰਦੇ ਨੇ ਤੁਮਰੋ ਕਹਿਓ ਨਾ ਹੋਏ, ਤੁਹਾਡਾ ਕਿਆ ਹੋਇਆ ਕੁਝ ਨਹੀਂ ਹੋ ਸਕਦਾ। ਇਹ ਚੀਜ਼ ਬੜੀ ਸਮਝਣ ਵਾਲੀ ਹੈ। ਹੁਣ ਮੈਨੂੰ ਗਿਲਾ ਹੈ ਕਿ ਉਹ ਯਾਰ ਹੁਣ ਤਾਂ ਮੀਂਹ ਪੈਣ ਲੱਗ ਗਿਆ, ਮੈਂ ਬਾਹਰ ਕਿਵੇਂ ਜਾਵਾਂਗਾ, ਮੇਰਾ ਤੇ ਕੰਮ ਖਰਾਬ ਹੋ ਜਾਣਾ ਹੈ, ਰੱਬਾ ਹੁਣ ਮੀਂਹ ਬੰਦ ਕਰ ਦੇ। ਤਾਂ ਮੇਰੇ ਕਹਿਣ ਨਾਲ ਮੀਂਹ ਬੰਦ ਨਹੀਂ ਹੋਣਾ। ਉਹ ਸਿਆਲ ਸ਼ੁਰੂ ਹੋ ਗਿਆ, ਹੁਣ ਤੇ ਸਨੋ ਪਵੇਗੀ, ਸਲਿਪਰੀ, ਲੋਕਾਂ ਦੀਆਂ ਤੇ ਲੱਤਾਂ ਟੁੱਟ ਜਾਣੀਆਂ ਵੀ ਹੁਣ ਤਾਂ ਸਰਦੀ ਬਦਲ ਜਾਏ, ਤਾਂ ਨਹੀਂ ਬਦਲਣੀ, ਕਿਉਂਕਿ ਮੈਂ ਸਿਸਟਮ ਨੂੰ ਚੇਂਜ ਨਹੀਂ ਕਰ ਸਕਦਾ। ਮੈਂ ਹੁਣ ਕਹਿ ਰਿਹਾ ਕਿ ਸੂਰਜ ਘੰਟਾ ਕੁ ਲੇਟ ਛਿਪੇ, ਮੇਰਾ ਇਹ ਕੰਮ ਚਾਨਣੇ ਚਾਨਣੇ ਹੋ ਜਾਏ, ਤਾਂ ਐਵੇਂ ਨਹੀਂ ਹੋਣਾ। ਮੇਰਾ ਕਿਆ ਕੁਝ ਨਹੀਂ ਹੋ ਸਕਦਾ, ਸਿਸਟਮ ਤੋਂ ਬਾਹਰ ਕੁਝ ਨਹੀਂ ਹੋਣਾ। ਮੈਂ ਜਿੰਨਾ ਮਰਜ਼ੀ ਕਹੀ ਜਾਵਾਂ ਬੁਢੇਪਾ ਨਾ ਆਵੇ, ਪਰ ਬੁਢੇਪਾ ਤੇ ਆਏਗਾ ਨਾ। ਮੈਂ ਜੋ ਮਰਜ਼ੀ ਕਹੀ ਜਾਵਾਂ, ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਤੁਮਰੋ ਕਹਿਓ ਨਾ ਹੋਏ ਦਾ ਮਤਲਬ ਸਾਡਾ ਕਿਆ ਹੋਇਆ ਨਹੀਂ ਹੋ ਸਕਦਾ, ਜੋ ਅਸੀਂ ਸਿਸਟਮ ਤੋਂ, ਹੁਕਮ ਤੋਂ ਬਾਹਰ ਕਹਿੰਦੇ ਆ। ਹੁਕਮ ਦਾ ਮਤਲਬ ਸਿਸਟਮ। ਮੈਂ ਜਿੰਨਾ ਮਰਜ਼ੀ ਕਲਪੀ ਜਾਵਾਂ ਕਿ ਮੈਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿ ਸਕਦਾ ਹਾਂ, ਮੇਰਾ ਕਿਆ ਹੋਇਆ ਨਹੀਂ ਹੋ ਸਕਦਾ। ਮੈਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਨਹੀਂ ਰਹਿ ਸਕਦਾ, ਆਕਸੀਜਨ ਨਾਲ ਹੀ ਰਹਿਣਾ ਪਵੇਗਾ। ਮੈਂ ਜਿੰਨਾ ਮਰਜ਼ੀ ਕਹੀ ਜਾਂ ਕਿ ਰੇਤ ਦੇ ਫੱਕੇ ਮਾਰ ਕੇ ਤੇ ਮੈਂ ਪਿਆਸ ਬੁਝਾ ਲਾਂਗਾ, ਪਾਣੀ ਨਾਲ ਬੁਝੇਗੀ, ਰੇਤ ਨਾਲ ਪਿਆਸ ਨਹੀਂ ਬੁਝਦੀ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਹੇ ਪਿਆਰਿਓ, ਹੁਕਮ ਤੋਂ ਬਾਹਰ, ਰਜਾ ਤੋਂ ਬਾਹਰ ਜਿਹੜੇ ਤੁਸੀਂ ਬੋਲ ਬੋਲਦੇ ਹੋ, ਉਹ ਕਦੇ ਵੀ ਨਹੀਂ ਹੋਣੇ। ਇਸ ਲਈ ਝਖਾ ਮਾਰਨ ਦੀ ਜ਼ਰੂਰਤ ਨਹੀਂ ਹੈ। ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਾਕੇ ਕੋਈ। ਕਰਮ ਦਾ ਮਤਲਬ ਬਖਸ਼ਿਸ਼, ਕਰੀਮ ਦਾ ਮਤਲਬ ਬਖਸ਼ਿਸ਼ ਕਰਨ ਵਾਲਾ ਪ੍ਰਭੂ। ਮੇਟ ਨਾ ਸਾਕੇ ਕੋਈ ਦਾ ਮਤਲਬ ਉਹਨੂੰ ਕੋਈ ਮਿਟਾ ਨਹੀਂ ਸਕਦਾ। ਜੋ ਰਹਿਮਤ ਕਰਨ ਵਾਲਾ ਮਾਲਕ ਪ੍ਰਭੂ ਹੈ, ਜੋ ਉਹ ਕਰ ਰਿਹਾ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਲੇਖ ਨਾ ਮਿਟਈ ਹੀ ਸਖੀ ਜੋ ਲਿਖਿਆ ਕਰਤਾਰ। ਹੁਣ ਇਹ ਲੇਖ ਦਾ ਮਤਲਬ ਇਹ ਨਹੀਂ ਕਿ ਮੱਥੇ ਤੇ ਕਿਸਮਤ ਲਿਖੀ ਹੋਈ ਹੈ। ਲੇਖ, ਰਜਾ, ਭਾਣਾ, ਇਹਨਾਂ ਸਾਰਿਆਂ ਦਾ ਮਤਲਬ ਹੈ ਸਿਸਟਮ, ਲਾ ਆਫ ਨੇਚਰ। ਇਹਨੂੰ ਕੋਈ ਬਦਲ ਨਹੀਂ ਸਕਦਾ। ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਾਕੇ ਕੋਈ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਕੋਈ ਦਾ ਮਤਲਬ ਕੋਈ ਵੀ। ਹੁਣ ਸਾਡਾ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਨਹੀਂ ਮਿਟਾ ਸਕਦਾ, ਕੋਈ ਰੱਬੀ ਹੁਕਮ ਨੂੰ ਨਹੀਂ ਬਦਲ ਸਕਦਾ। ਜੇ ਸਾਡੀ ਸਮਝ ਵਿੱਚ ਇਹ ਚੀਜ਼ ਆ ਜਾਏ ਨਾ, ਧਰਮੀ ਜੋ ਲੋਕ ਆ ਅਸੀਂ, ਜੇ ਸਾਡੀ ਸਮਝ ਵਿੱਚ ਇਹ ਗੱਲ ਬਹਿ ਜਾਏ ਔਰ ਸਾਡਾ ਵਿਸ਼ਵਾਸ ਇਹਦੇ ਤੇ ਬਣ ਜਾਏ, ਤਾਂ ਜਿੰਨੇ ਵੀ ਆ ਬਾਬੇ ਕਰਾਮਾਤੀ ਬਣੇ ਫਿਰਦੇ ਨੇ, ਕੱਲ ਨੂੰ ਇਹਨਾਂ ਨੂੰ ਦਿਹਾੜੀਆਂ ਕਰਨੀਆਂ ਪੈਣਗੀਆਂ। ਜਿਹੜੇ ਅਸੀਂ ਕਹਿ ਰਹੇ ਨਾ ਫਲਾਂ ਬਾਬੇ ਕੋਲ ਗਏ ਤੇ ਉਹਨੇ 2 ਸੇਬ ਦਿੱਤੇ ਤੇ 2 ਮੁੰਡੇ ਸਾਡੇ ਘਰ ਹੋ ਗਏ। ਸੇਬਾਂ ਨਾਲ ਬੱਚੇ ਨਹੀਂ ਹੁੰਦੇ। ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਾਕੇ ਕੋਈ, ਕੋਈ ਬਾਬਾ ਨਹੀਂ ਮਿਟਾ ਸਕਦਾ ਵੀ ਸੇਬ ਦੇ ਕੇ ਤੁਹਾਨੂੰ ਨਿਆਣੇ ਦੇ ਦੇਵੇ। ਕੋਈ ਬਾਬਾ ਸੂਰਜ ਨੂੰ ਲੇਟ ਨਹੀਂ ਕਰ ਸਕਦਾ, ਕੋਈ ਬਾਬਾ ਕਰਾਮਾਤ ਨਹੀਂ ਵਿਖਾ ਸਕਦਾ। ਸਾਨੂੰ ਸਮਝ ਆ ਜਾਏਗੀ ਕਿ ਮੇਟ ਨਾ ਸਾਕੇ ਕੋਈ ਦਾ ਮਤਲਬ, ਕੋਈ ਦਾ ਮਤਲਬ ਕੋਈ ਵੀ ਦੁਨੀਆ ਦੇ ਅੰਦਰ ਕੋਈ ਵੀ ਬੰਦਾ ਕੋਈ ਕਰਾਮਾਤ ਨਹੀਂ ਕਰ ਸਕਦਾ। ਕੋਈ ਰੱਬੀ ਸਿਸਟਮ ਨੂੰ ਨਹੀਂ ਬਦਲ ਸਕਦਾ। ਜੇ ਕੋਈ ਇਹ ਕਵੇ ਕਿ ਮੈਂ ਅੱਗ ਦੇ ਸੁਭਾਅ ਨੂੰ ਬਦਲ ਦਿਆਂਗਾ, ਕਿ ਮੈਂ ਕਰ ਸਕਣਾ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੂੜੇ ਕੂੜੀ ਠੀਸ ਹੋਏਗੀ। ਇਹ ਝੂਠੇ ਦੀ ਝੂਠੀ ਗੱਪ ਹੈ। ਕੋਈ ਬਾਬਾ ਕਹੇ ਕਿ ਮੈਂ ਅੱਗ ਦੇ ਸੁਭਾਅ ਨੂੰ ਠੰਡਾ, ਤੁਹਾਨੂੰ ਭਾਂਬੜ ਲਾ ਕੇ ਵਿੱਚ ਬਿਠਾ ਦਿਓ ਕਿ ਅੱਗ ਠੰਡੀ ਹੋ ਜਾਏਗੀ, ਨਾ, ਅੱਗ ਸਾੜੇਗੀ, ਚਾਹੇ ਪਾਪੀ ਹੈ ਚਾਹੇ ਧਰਮੀ ਹੈ, ਕਿਉਂਕਿ ਉਹਦਾ ਸੁਭਾਅ ਹੈ, ਸਾੜੇਗੀ ਤਾਂ ਸਾੜੇਗੀ। ਪਾਣੀ ਦਾ ਸੁਭਾਅ ਡੋਬਣਾ ਹੈ ਤਾਂ ਡੋਬੇਗਾ, ਜਿਹਨੂੰ ਤਰਨਾ ਆਉਂਦਾ ਹੈ ਸਿਸਟਮ ਅਨੁਸਾਰ ਉਤਰੇਗਾ, ਬਾਕੀ ਤਾਂ ਡੁੱਬੇਗਾ, ਭਾਵੇਂ ਉਹ ਅਮੀਰ ਹੈ ਭਾਵੇਂ ਗਰੀਬ ਹੈ। ਤਾਂ ਰੱਬ ਦੇ ਕਰਨੇ ਨੂੰ, ਰੱਬੀ ਹੁਕਮ ਨੂੰ, ਰੱਬੀ ਸਿਸਟਮ ਨੂੰ ਕੋਈ ਨਹੀਂ ਬਦਲ ਸਕਦਾ।
ਤਾਂ ਇੱਥੇ ਭਗਤ ਕਬੀਰ ਜੀ ਸਾਨੂੰ ਰੱਬੀ ਰਜ਼ਾ ਦੇ ਅੰਦਰ ਜੀਵਨ ਜੀਣ ਦਾ ਸੰਦੇਸ਼ ਦੇ ਰਹੇ ਨੇ, ਜੋ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਪੜ੍ਹ ਆਏ ਹਾਂ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਰਜ਼ਾ ਦੇ ਅੰਦਰ, ਹੁਕਮ ਦੇ ਅੰਦਰ, ਜੋ ਗੁਰੂ ਜੀ ਸਾਨੂੰ ਵੇ ਆਫ ਲਾਈਫ ਦੇ ਰਹੇ ਨੇ। ਇਸ ਵੇ ਆਫ ਲਾਈਫ ਨੂੰ ਜੇ ਅਪਣਾ ਲਿਆ ਜਾਏ ਤਾਂ ਗਾਰੰਟੀ ਹੈ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਸਕਦੀ ਹੈ। ਅਗਲਾ ਬਚਨ ਕਬੀਰ ਜੀ ਕਰਦੇ ਨੇ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਹੁਣ ਕਸੌਟੀ ਕਹਿੰਦੇ ਨੇ ਕਸਵੱਟੀ ਨੂੰ, ਕਸ਼ ਕਸੌਟੀ ਪਰਖਣਾ। ਸੁਨਿਆਰੇ ਵੀਰ ਦੀ ਦੁਕਾਨ ਤੇ ਜਾਓਗੇ, ਉਹਦੇ ਕੋਲ ਇੱਕ ਕਸਵੱਟੀ ਹੁੰਦੀ ਹੈ। ਤੁਸੀਂ ਸੋਨਾ ਵੇਚਣਾ ਹੈ ਤਾਂ ਉਹ ਪਹਿਲਾਂ ਕਸਵੱਟੀ ਤੇ ਲਾਏਗਾ। ਕਸਵੱਟੀ ਤੇ ਲਾਇਆ ਪਤਾ ਲੱਗੇਗਾ ਵੀ ਸੋਨਾ ਖਰਾ ਹੈ ਜਾਂ ਖੋਟਾ ਹੈ। ਸਾਨੂੰ ਕੋਈ ਮੂਰਖ ਬਣਾ ਸਕਦਾ ਹੈ, ਅਸੀਂ ਮੂਰਖ ਬਣ ਸਕਦੇ ਹਾਂ, ਕਿਉਂਕਿ ਮੈਨੂੰ ਹੁਣ ਸੋਨੇ ਦੀ ਪਰਖ ਬਾਰੇ ਨਹੀਂ ਪਤਾ। ਮੇਰੇ ਵਾਸਤੇ ਤੇ ਚਮਕਣੀ ਚੀਜ਼, ਹਰ ਇੱਕ ਪੀਲੀ ਚੀਜ਼ ਸੋਨਾ ਹੋ ਸਕਦੀ ਹੈ। ਸੋਨੇ ਦੀ ਪਾਲਿਸ਼ ਚੜੀ ਹੋਈ ਪਿੱਤਲ ਤੇ ਮੈਂ ਤਾਂ ਉਹਨੂੰ ਸੋਨਾ ਸਮਝ ਲਵਾਂਗਾ, ਪਰ ਕਸਵੱਟੀ ਨੂੰ ਭੁਲੇਖਾ ਨਹੀਂ ਪਾਇਆ ਜਾ ਸਕਦਾ। ਜਿਹੜੀ ਚੀਜ਼ ਕਸਵੱਟੀ ਤੇ ਖਰੀ ਉਤਰੇਗੀ ਉਹਨੂੰ ਸੋਨਾ ਕਿਹਾ ਜਾ ਸਕਦਾ ਹੈ, ਦੂਜੇ ਨੂੰ ਨਹੀਂ। ਤਾਂ ਕਬੀਰ ਜੀ ਕਹਿੰਦੇ ਨੇ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਕਿ ਜੋ ਮਨੁੱਖ ਦੁਨੀਆ ਦੇ ਨਾਲ ਮੋਹ ਕਰਨ ਵਾਲਾ ਹੈ ਨਾ, ਉਹ ਰੱਬੀ ਕਸਵੱਟੀ ਦੇ ਉੱਤੇ ਪੂਰਾ ਨਹੀਂ ਉਤਰਦਾ। ਉਹ ਕਸੌਟੀ ਤੇ ਖਰਾ ਸਾਬਤ ਨਹੀਂ ਹੁੰਦਾ, ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਦੇ ਨਾਲ ਪ੍ਰੀਤ ਪਰਖੀ ਜਾਂਦੀ ਹੈ। ਜਿਵੇਂ ਆਪਾਂ ਕਹਿੰਦੇ ਆ ਨਾ ਕਿ ਸਾਡੇ ਵਾਸਤੇ ਕਸਵੱਟੀ ਕੀ ਹੈ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ। ਕਈ ਵਾਰ ਅਸੀਂ ਕਹਿੰਦੇ ਨਾ ਵੀ ਕੋਈ ਪ੍ਰਚਾਰਕ ਕੁਛ ਕਹਿ ਰਿਹਾ ਹੈ, ਦੂਜਾ ਕੁਛ ਕਹਿੰਦਾ, ਤੀਜਾ ਕੁਛ ਕਹਿੰਦਾ ਹੈ, ਜਾਂ ਇਤਿਹਾਸ ਵਿੱਚ ਜਾਂ ਕਿਸੇ ਪੁਸਤਕ ਵਿੱਚ ਇੰਜ ਲਿਖਿਆ ਹੈ, ਬਾਣੀ ਵਿੱਚ ਇੰਜ। ਤਾਂ ਜਿਹੜੀ ਚੀਜ਼ ਗੁਰਬਾਣੀ ਮੰਨ ਰਹੀ ਹੈ ਉਹ ਚੀਜ਼ ਸੱਚੀ ਹੈ, ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ। ਜਿਹੜੀ ਚੀਜ਼ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਪੂਰੀ ਉਤਰਦੀ, ਸਾਨੂੰ ਕਹਿ ਦੇਣਾ ਚਾਹੀਦਾ ਹੈ ਕਿ ਇਹ ਗਲਤ ਹੈ। ਕਿਉਂਕਿ ਸੁਨਿਆਰੇ ਵੀਰ ਨੇ ਇਹ ਨਹੀਂ ਵੇਖਣਾ ਕਿ ਸੋਨਾ ਕੋਈ ਅਮੀਰ ਲੈ ਕੇ ਆਇਆ ਕਿ ਗਰੀਬ। ਗਰੀਬ ਦੇ ਅਸਲੀ ਸੋਨੇ ਨੂੰ ਵੀ ਉਹ ਖੋਟਾ ਕਹਿ ਦੇਵੇ ਤੇ ਅਮੀਰ ਦੇ ਨਕਲੀ ਸੋਨੇ ਨੂੰ ਵੀ ਉਹ ਖਰੀਦ ਲੈ ਸੋਨੇ ਦੇ ਪਾਸ। ਸੁਨਿਆਰਾ ਐਵੇਂ ਨਹੀਂ ਕਰੇਗਾ, ਉਹਨੂੰ ਕਸਵੱਟੀ ਨੇ ਦੱਸਣਾ ਹੈ। ਕਸਵੱਟੀ ਨੇ ਅਮੀਰ ਗਰੀਬ ਦਾ ਲਿਹਾਜ਼ ਨਹੀਂ ਕਰਨਾ ਕਿ ਸੋਨਾ ਜਾਂ ਜਿਹੜਾ ਪਦਾਰਥ ਲੈ ਕੇ ਆਇਆ ਅਮੀਰ ਦਾ ਕਿ ਗਰੀਬ ਦਾ। ਜੋ ਕੁਦਰਤ ਦੇ ਨੇਮ ਨੇ, ਇਹਨਾਂ ਨੇ ਅਮੀਰ ਔਰ ਗਰੀਬ ਦਾ ਲਿਹਾਜ਼ ਨਹੀਂ ਕਰਨਾ। ਇਹ ਨਿਰਵੈਰ ਵੀ ਨੇ ਔਰ ਨਿਰਭਉ ਵੀ ਨੇ। ਜੇ ਗਰੀਬ ਕਣਕ ਬੀਜੇਗਾ ਤਾਂ ਜ਼ਮੀਨ ਵਿੱਚ ਕਣਕ ਹੀ ਉੱਗੇਗੀ। ਤੇ ਇਹ ਨਹੀਂ ਹੈ ਕਿ ਜੇ ਕੋਈ ਅਮੀਰ ਜਵਾਂ ਦਾ ਛੱਟਾ ਦੇ ਦੇਵੇ ਤੇ ਕਵੇ ਕਿ ਮੈਂ ਅਮੀਰ ਆ ਤੇ ਮੇਰੀ ਜ਼ਮੀਨ ਜਿਹੜੀ ਹੈ ਕਣਕ ਪੈਦਾ ਕਰੇ, ਐਵੇਂ ਨਹੀਂ ਹੋਣਾ, ਕਿਉਂਕਿ ਨਿਯਮ ਸਾਰਿਆਂ ਲਈ ਬਰਾਬਰ ਨੇ। ਇਸ ਲਈ ਜੋ ਰੱਬ ਦੇ ਨਾਮ ਦੀ ਕਸਵੱਟੀ ਹੈ ਨਾ, ਸੱਚ ਦੀ, ਗੁਣਾਂ ਦੀ, ਉਹਦੇ ਤੇ ਪਰਖ ਹੋਏਗੀ ਇਨਸਾਨ ਦੀ। ਇਹ ਨਹੀਂ ਕਿ ਉਹਨੇ ਬਾਣਾ ਕਿਹੋ ਜਿਹਾ ਪਾਇਆ, ਉਹਦਾ ਚੋਲਾ ਕਿੱਡਾ ਵੱਡਾ ਹੈ, ਉਹਦੇ ਪਿੱਛੇ ਚੇਲੇ ਕਿੰਨੇ ਨੇ, ਉਹਦੇ ਗੜਵਈ ਕਿੰਨੇ ਨੇ, ਜਾਂ ਉਹ ਸਮਾਧੀਆਂ ਕਿੰਨੀਆਂ ਲਾਉਂਦਾ ਹੈ, ਜਾਂ ਉਹ ਮਾਲਾ ਕਿੰਨੀ ਫੇਰਦਾ। ਕਹਿੰਦੇ ਨਾ ਬਾਬਾ ਜੀ ਬੜੀ ਕਮਾਈ ਵਾਲੇ ਨੇ। ਉਹ ਕਮਾਈ ਨਹੀਂ ਪਰਖੀ ਜਾਣੀ ਵੀ ਜਿਹੜੀ ਪਲੰਗ ਦੇ ਉੱਤੇ ਬੈਠਿਆਂ ਕਮਾਈ ਹੋ ਰਹੀ ਹੈ। ਸੱਚ ਦੇ ਉੱਤੇ ਜੀਵਨ ਪਰਖਿਆ ਜਾਏਗਾ ਕਿ ਸੱਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਨਿਰਭੈਤਾ, ਨਿਰਵੈਰਤਾ, ਇਹਨਾਂ ਦੇ ਉੱਤੇ ਜ਼ਿੰਦਗੀ ਪੂਰੀ ਉਤਰਦੀ ਹੈ। ਜਿਹਦਾ ਜੀਵਨ, ਜਿਹਦੀ ਸੋਚ ਇਹਨਾਂ ਗੁਣਾਂ ਦੇ ਉੱਤੇ ਪੂਰਾ ਉਤਰਦਾ ਹੈ, ਉਹ ਰੱਬ ਦਾ ਪਿਆਰਾ ਹੈ। ਉਹ ਚਾਹੇ ਮੈਂ ਆ ਜਾਂ ਤੁਸੀਂ ਜਾਂ ਕੋਈ ਥਰਡ ਪਰਸਨ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹਦੀ ਸੋਚ ਰੱਬੀ ਗੁਣਾਂ ਦੇ ਉੱਤੇ ਪੂਰੀ ਨਹੀਂ ਉਤਰਦੀ, ਉਹਨੂੰ ਝੂਠਾ ਹੀ ਸਮਝਿਆ ਜਾਏਗਾ। ਇਸ ਲਈ ਰੱਬੀ ਪ੍ਰੀਤ ਧਰਮ ਦੀ ਦੁਨੀਆ ਦੇ ਅੰਦਰ ਡਰਾਮੇਬਾਜ਼ੀ ਆਪ ਵੇਖੋਗੇ ਤਾਂ ਇੱਥੇ ਡਰਾਮੇਬਾਜ਼ੀ ਨਹੀਂ ਚੱਲਦੀ। ਸੁਨਿਆਰੇ ਦੇ ਕੋਲ ਡਰਾਮੇਬਾਜ਼ੀ ਨਹੀਂ ਚੱਲਣੀ, ਕਸਵੱਟੀ ਨੇ ਪਰਖਣਾ। ਰੱਬ ਦੇ ਪ੍ਰੀਤ ਜਿਹੜੀ ਹੈ ਉੱਥੇ ਡਰਾਮੇਬਾਜ਼ੀ ਨਹੀਂ ਚੱਲਣੀ ਕਿ ਕੱਪੜੇ ਕਿਸੇ ਨੇ ਕੈਸੇ ਪਾਏ ਨੇ, ਚੋਲਾ ਕਿਸ ਦਾ ਕੈਸਾ ਹੈ, ਬੋਲ ਕੋਈ ਕੈਸੇ ਬੋਲ ਰਿਹਾ ਹੈ, ਵਿਖਾਵਾ ਕਿਹੋ ਜਿਹਾ ਕਰ ਰਿਹਾ ਹੈ। ਨਾ, ਉੱਥੇ ਮੈਂਟੈਲਿਟੀ ਪਰਖੀ ਜਾਏਗੀ, ਉੱਥੇ ਸੋਚ ਪਰਖੀ ਜਾਏਗੀ, ਜੀਵਨ ਪਰਖਿਆ ਜਾਏਗਾ। ਝੂਠਾ ਬੰਦਾ ਉੱਥੇ ਨਹੀਂ ਟਿਕਦਾ। ਤਾਂ ਕਬੀਰ ਜੀ ਕਹਿੰਦੇ ਨੇ, ਕੌਣ ਉਸ ਪਰਖ ਤੇ ਪੂਰਾ ਉਤਰਦਾ ਹੈ? ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਸੋਸ ਹੈ ਦਾ ਮਤਲਬ ਉਹ ਪੂਰਾ ਉਤਰਦਾ ਹੈ।
ਜੋ ਮਰ ਜੀਵਾ ਹੋਏ ਦਾ ਮਤਲਬ ਜੋ ਦੁਨੀਆ ਦੇ ਮੋਹ ਵੱਲੋਂ ਮਰ ਕੇ ਜੀ ਰਿਹਾ ਹੈ, ਜੋ ਦੁਨੀ ਵਾਸਤੇ ਦੀਨ ਨੂੰ ਨਹੀਂ ਗਵਾ ਰਿਹਾ, ਜੋ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੈ, ਜਿਨੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਵਿਕਾਰਾਂ ਵੱਲੋਂ ਮਰ ਕੇ ਜੀ ਰਿਹਾ ਹੈ, ਉਹ ਬੰਦਾ ਰੱਬ ਦੀ ਕਸਵੱਟੀ ਦੇ ਉੱਤੇ ਪੂਰਾ ਉਤਰਦਾ ਹੈ, ਉਹ ਖਰਾ ਉਤਰਦਾ ਹੈ ਤੇ ਉਸ ਖਰੇ ਇਨਸਾਨ ਨੂੰ ਖਜ਼ਾਨੇ ਵਿੱਚ ਪਾਇਆ ਜਾਂਦਾ ਹੈ। ਖਰੇ ਖਜ਼ਾਨੇ ਪਾਈਐ, ਖੋਟੇ ਸੱਟੀਆਂ ਬਾਹਰ ਵਾਰ। ਜਦੋਂ ਆਰੇ ਦੇ ਨਾਲ ਚਿਰਨ ਦਾ ਵੇਲਾ ਆਉਂਦਾ ਨਾ, ਉਦੋਂ ਉੱਥੇ ਭਾਈ ਮਤੀ ਦਾਸ ਵਰਗੇ ਪੂਰੇ ਉਤਰਦੇ ਨੇ, ਮੇਰੇ ਵਰਗੇ ਨਹੀਂ। ਜਦੋਂ ਕਿਤੇ ਹਾਥੀ ਦੇ ਨਾਲ ਮੁਕਾਬਲਾ ਕਰਨ ਦਾ ਯਤਨ ਹੁੰਦਾ ਨਾ, ਟਾਈਮ ਪਰਖ ਜਦੋਂ ਹੁੰਦੀ ਹੈ, ਤਾਂ ਉਦੋਂ ਮੇਰੇ ਵਰਗੇ ਦੁਨੀ ਚੰਦ ਵਰਗੇ ਭੱਜ ਜਾਂਦੇ ਨੇ, ਉੱਥੇ ਭਾਈ ਬਚਿੱਤਰ ਸਿੰਘ ਵਰਗੇ ਪੂਰੇ ਉਤਰਦੇ ਨੇ। ਜਦੋਂ ਕਿਤੇ ਬੱਚਿਆਂ ਨੂੰ ਟੁਕੜੇ ਟੁਕੜੇ ਕਰਵਾ ਕੇ ਗਲਿਆਂ ਵਿੱਚ ਹਾਰ ਪਵਾ ਕੇ ਸੱਚ ਦੇ ਉੱਤੇ ਤੁਰਨ ਦੀ ਵਾਰੀ ਆਉਂਦੀ ਹੈ ਨਾ, ਉੱਥੇ ਮੀਰ ਮੰਨੂ ਦੇ ਜੇਲ੍ਹ ਵਾਲੀਆਂ ਭੈਣਾਂ ਪੂਰੀਆਂ ਉਤਰਦੀਆਂ ਨੇ, ਕੇਵਲ ਬਾਹਰੀ ਵਿਖਾਵੇ ਵਾਲੇ ਲੋਕ ਨਹੀਂ। ਜਦੋਂ ਕਿਤੇ ਨੀਹਾਂ ਦੇ ਵਿੱਚ ਚਿਣਨਾ ਪੈਂਦਾ ਨਾ ਆਪਣੇ ਆਪ ਨੂੰ, ਤਾਂ ਉਦੋਂ ਫਿਰ ਉੱਥੇ ਗੰਗੂ ਵਰਗੇ ਪੂਰੇ ਨਹੀਂ ਉਤਰਦੇ, ਉੱਥੇ ਸਾਹਿਬਜ਼ਾਦੇ ਪੂਰੇ ਉਤਰਦੇ ਨੇ। ਜੀਵਨ ਪਰਖਿਆ ਜਾਂਦਾ ਹੈ, ਵਿਖਾਵਾ ਨਹੀਂ। ਇਸ ਲਈ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਦੁਨੀਆ ਦੇ ਵਿਕਾਰਾਂ ਵੱਲੋਂ ਮਰ ਕੇ ਜੀਵੋ। ਇੱਥੇ ਪਖੰਡ ਨਹੀਂ ਚੱਲਣਾ, ਦੋਗਲੀ ਨੀਤੀ ਨਹੀਂ ਚੱਲਣੀ, ਇੱਥੇ ਵਿਖਾਵਾ ਨਹੀਂ ਚੱਲਣਾ। ਦੁਨੀਆ ਨੂੰ ਇਮੋਸ਼ਨਲ ਬਲੈਕਮੇਲ ਕਰ ਲੋਗੇ, ਰੱਬ ਨੂੰ ਕਿਵੇਂ ਕਰੋਗੇ? ਕੁਦਰਤ ਦੇ ਨਿਯਮਾਂ ਨੂੰ ਕਿਵੇਂ ਕਰੋਗੇ? ਇਸ ਲਈ ਇਸ ਕਸਵੱਟੀ ਦੇ ਉੱਤੇ ਆਪਣੇ ਜੀਵਨ ਨੂੰ ਪਰਖਣਾ ਹੈ, ਮੈਂ ਵੀ ਤੇ ਤੁਸੀਂ ਸਾਰੇ ਵੀਰਾਂ ਭੈਣਾਂ ਨੇ ਵੀ। ਸੈਲਫ ਐਨਾਲਿਸਿਸ ਕਰਨਾ ਹੈ ਕਿ ਕੀ ਸਾਡੀ ਜ਼ਿੰਦਗੀ, ਸਾਡੇ ਬੋਲ, ਸਾਡੀ ਸੋਚ, ਸਾਡਾ ਵਿਹਾਰ ਗੁਰਬਾਣੀ ਤੇ ਪੂਰਾ ਉਤਰਦਾ ਹੈ? ਰੱਬੀ ਗੁਣਾਂ ਤੇ ਅਸੀਂ ਪੂਰੇ ਉਤਰ ਰਹੇ ਹਾਂ? ਜੇ ਪੂਰੇ ਉਤਰ ਰਹੇ ਹਾਂ, ਜੇ ਇਹਦਾ ਉੱਤਰ ਹਾਂ ਵਿੱਚ ਆਉਂਦਾ ਹੈ, ਤਾਂ ਫਿਰ ਸਾਡਾ ਜੀਵਨ ਮੁਬਾਰਕ ਹੈ, ਮਹਾਨ ਹੈ ਜੀਵਨ, ਸ਼ਾਬਾਸ਼ ਐਸੀ ਜ਼ਿੰਦਗੀ ਦੇ। ਤੇ ਜੇ ਇਹ ਪੂਰਾ ਨਹੀਂ ਉਤਰ ਰਿਹਾ, ਫਿਰ ਸਾਨੂੰ ਆਪਣੀ ਭੁੱਲ ਸਵੀਕਾਰ ਕਰ ਲੈਣੀ ਚਾਹੀਦੀ ਹੈ, ਮੰਨ ਲੈਣੀ ਚਾਹੀਦੀ ਹੈ, ਆਪਣੀਆਂ ਗਲਤੀਆਂ ਦਾ ਅਹਿਸਾਸ ਕਰਨਾ ਚਾਹੀਦਾ ਹੈ ਔਰ ਆਪਣੀਆਂ ਇਹਨਾਂ ਗਲਤੀਆਂ ਨੂੰ ਸੁਧਾਰ ਕੇ ਚੰਗੀ ਜ਼ਿੰਦਗੀ ਜੀ ਕੇ ਚੰਗੇ ਇਨਸਾਨ ਬਣਨ ਦੀ ਟਰਾਈ ਕਰਨੀ ਚਾਹੀਦੀ ਹੈ। ਤਾਂ ਅੱਜ ਦੀ ਜੋ ਵਿਚਾਰ ਹੈ, ਅਸੀਂ ਇੱਥੇ ਸਮਾਪਤ ਕਰਦੇ ਹਾਂ। 33 ਸ਼ਲੋਕਾਂ ਦੀ ਵਿਚਾਰ ਅੱਜ ਪੂਰੀ ਹੋ ਗਈ ਹੈ, ਕੱਲ ਨੂੰ 34ਵਾਂ ਸ਼ਲੋਕ ਅਸੀਂ ਵਿਚਾਰਾਂਗੇ। ਅੱਜ ਜੋ ਅਸੀਂ ਸ਼ਲੋਕਾਂ ਦੀ ਵਿਚਾਰ ਕੀਤੀ ਹੈ, ਇਸ ਵਿਚਾਰ ਦੇ ਵਿੱਚੋਂ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਆਪ ਸਵਾਲ ਪੁੱਛ ਸਕਦੇ ਹੋ। ਤੇ ਅੱਜ ਦੀ ਵਿਚਾਰ ਪ੍ਰਥਾ ਹੈ, ਜੇ ਕਿਸੇ ਵੀਰ ਭੈਣ ਨੇ ਕੋਈ ਆਪਣੇ ਵਿਊਜ਼ ਦੇਣੇ ਨੇ, ਉਹ ਦੇ ਸਕਦੇ ਹੋ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਸਵਾਲ ਕੋਈ ਪੁੱਛਣਾ ਹੈ ਜਾਂ ਆਪਣੇ ਵਿਚਾਰ ਦੇਣੇ ਨੇ, ਉਹ ਅਨਮਿਊਟ ਹੋ ਜਾਓ, ਵੀਰ ਜੀ ਨੂੰ ਬਾਰ-ਬਾਰ ਨਾ ਕਹਿਣਾ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਅਸੀਂ ਦਾ। ਤੇ ਕਥਾ ਸਾਰਿਆਂ ਨੇ ਸੁਣਨ ਲਈ ਹੈ ਜੀ। ਸਵਾਲ ਜੇ ਕੋਈ ਕਰਨਾ ਹੈਗਾ ਤਾਂ ਤੁਸੀਂ ਅਨਮਿਊਟ ਹੋ ਜਾਓ, ਤੇ ਤਾਂ ਕਿ ਸਾਡੇ ਕੋਲ ਮਤਲਬ ਟਾਈਮ ਤਾਂ ਬਥੇਰਾ ਹੈ, ਪਰ ਤੁਸੀਂ ਆਪਣੀ ਜੋ ਵੀ ਗੱਲਬਾਤ ਕਰਨੀ, ਜੋ ਸੁਝਾਅ ਵੀ ਜੇ ਕਿਸੇ ਨੇ ਦੇਣਾ, ਉਹ ਸੁਝਾਅ ਵੀ ਦੇ ਸਕਦੇ ਆ। ਜੇ ਕਿਸੇ ਗੱਲ ਦਾ ਨਹੀਂ ਪਤਾ ਲੱਗਾ ਤਾਂ ਉਹ ਪੁੱਛ ਸਕਦੇ ਆ। ਤੇ ਹਾਲੇ ਤੱਕ ਕੋਈ ਅਨਮਿਊਟ ਨਹੀਂ ਜੀ ਹੋਇਆ। ਨੀਨਾ ਜੀ ਤੁਸੀਂ ਅਨਮਿਊਟ ਹੋਏ ਆ ਸਭ ਤੋਂ ਪਹਿਲਾਂ। ਹਾਂਜੀ, ਤੁਸੀਂ ਗੱਲ ਕਰੋ ਜੀ। ਹਾਂਜੀ, ਇਹ ਲਾਈਨ ਦਾ ਜਿਹੜਾ ਮਤਲਬ ਭਾਈ ਸਾਹਿਬ ਦੱਸਣਾ। ਕਬੀਰ ਜਗ ਕਾਜਲ ਕੀ ਕੋਠੜੀ, ਅੰਧ ਪਰੇ ਤੇ ਸਮਾਏ। ਕਾਜਰ ਦਾ ਅਰਥ ਨੀਨਾ ਭੈਣ ਹੈਗਾ ਕੱਜਲ। ਹਾਂਜੀ, ਕਾਜਲ। ਹਾਂਜੀ, ਇੱਥੇ ਕੱਜਲ ਦਾ ਅਰਥ ਹੈਗਾ ਕਾਲਖ, ਯਾਨੀ ਵਿਕਾਰਾਂ ਦੀ ਕਾਲਖ। ਅੱਛਾ ਜੀ। ਤੇ ਜਗ ਦਾ ਮਤਲਬ ਹੈ ਜਗਤ ਦਾ ਮੋਹ। ਇਹ ਜਗਤ ਦਾ ਮੋਹ ਜਿਹੜਾ ਨਾ, ਕਾਲਖ ਦੀ ਕੋਠੀ ਹੈ ਭਰੀ ਹੋਈ। ਕੋਠੜੀ ਦਾ ਮਤਲਬ ਮਕਾਨ, ਜਿਵੇਂ ਕੋਈ ਕਮਰਾ ਲੈ ਲਓ। ਹਾਂਜੀ। ਤੇ ਅੰਧ ਦਾ ਮਤਲਬ ਹੈ ਅਗਿਆਨੀ ਬੰਦਾ, ਜਿਹਨੂੰ ਸੱਚ ਔਰ ਝੂਠ ਦੀ ਪਛਾਣ ਜਿਹਦੇ ਕੋਲ ਨਹੀਂ ਹੈ। ਪਰੇ ਦਾ ਮਤਲਬ ਉਹ ਲੋਕ ਇਸ ਮੋਹ ਦੇ ਵਿੱਚ ਡਿੱਗੇ ਹੋਏ ਨੇ, ਜਿਹੜੇ ਅਗਿਆਨਤਾ ਦੇ ਹਨੇਰੇ ਵਿੱਚ ਨੇ। ਉਹ ਮੋਹ ਦੇ ਵਿੱਚ ਡਿੱਗ ਕੇ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਪਾਪਾਂ ਵਿਕਾਰਾਂ ਦੇ ਨਾਲ ਆਪਣੀ ਸੋਚ ਨੂੰ ਕਾਲਿਆਂ ਕਰ ਲਿਆ। ਅੱਛਾ ਜੀ। ਹਉ ਬਲਿਹਾਰੀ ਤਿਨ ਕੋ, ਮੈਂ ਉਹਨਾਂ ਤੋਂ ਕੁਰਬਾਨ ਆ। ਪੈਸ ਦਾ ਮਤਲਬ ਪੈ ਕੇ ਡਿੱਗ ਕੇ, ਨਿਕਸ ਜਾਹਿ ਦਾ ਮਤਲਬ ਜਿਹੜੇ ਨਿਕਲ ਜਾਂਦੇ ਨੇ, ਕਿ ਜਿਹੜੇ ਇਸ ਦੁਨੀਆ ਦੇ ਵਿੱਚ ਜਨਮ ਤੇ ਲਿਆ ਹੈ, ਲੇਕਿਨ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਵਿਕਾਰਾਂ ਦੀ ਕਾਲਖ ਨਹੀਂ ਲੱਗਣ ਦਿੱਤੀ।
ਬੇਦਾਗ ਜ਼ਿੰਦਗੀ ਜੀਵੀਏ, ਉਹਨਾਂ ਤੋਂ ਮੈਂ ਕੁਰਬਾਨ ਹਾਂ। ਤਾਂ ਸਾਰੇ ਸ਼ਲੋਕ ਦਾ ਭਾਵ ਇਹ ਹੈ ਕਿ ਇਸ ਜ਼ਿੰਦਗੀ ਵਿੱਚ ਵਿਕਾਰਾਂ ਦੀ ਕਾਲਖ ਹੈ। ਆਮ ਜਿਹੜਾ ਬੰਦਾ ਅਗਿਆਨੀ ਹੈ ਉਹ ਅਣਜਾਣ ਪੁਣੇ ਵਿੱਚ ਵਿਕਾਰਾਂ ਵਾਲੀ ਜ਼ਿੰਦਗੀ ਜੀਂਦਾ ਹੈ, ਪਰ ਕੁਝ ਲੋਕ ਉਹ ਨੇ ਜੋ ਗੁਰੂ ਦਾ ਗਿਆਨ ਹਾਸਲ ਕਰਕੇ ਵਿਕਾਰਾਂ ਤੋਂ ਬਚਦੇ ਨੇ ਔਰ ਇਸ ਦੁਨੀਆ ਦੇ ਅੰਦਰ ਰਹਿੰਦੇ ਬੇਦਾਗ ਜ਼ਿੰਦਗੀ ਜੀਂਦੇ ਨੇ, ਉਹ ਮਹਾਨ ਨੇ। ਅਸਾਂ ਬੇਦਾਗ ਜ਼ਿੰਦਗੀ ਜੀਂਦੇ। ਅੱਛਾ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਧੰਨਵਾਦ। ਠੀਕ ਹੈ ਜੀ, ਧੰਨਵਾਦ ਜੀ ਨੀਨਾ ਜੀ। ਤੇ ਸਾਡੇ ਨਾਲ ਸਵਿੰਦਰ ਕੌਰ ਹੈਗੇ ਆ ਜੀ, ਤੇ ਉਹ ਤੋਂ ਬਾਅਦ ਸੰਤੋਖ ਸਿੰਘ ਰਾਏ ਹੈ ਜੀ। ਤੇ ਪਹਿਲਾਂ ਸਵਿੰਦਰ ਕੌਰ ਜੀ, ਤੁਸੀਂ ਆਪਣੀ ਗੱਲ ਜਿਹੜੀ ਕਰਨੀ ਹੈ ਉਹ ਤੁਸੀਂ ਕਰ ਲਓ। ਹਾਂਜੀ ਹਾਂਜੀ, ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਹੋ ਬਲਿਹਾਰੀ ਤਿੰਨ ਕੋ ਪੈਸ ਜੋ ਨੀਕਸ ਜਾਹੇ। ਹਾਂਜੀ, ਮੈਂ ਹੁਣੇ ਹੀ ਦੱਸਿਆ, ਪੈਸ ਦਾ ਮਤਲਬ ਹੁੰਦਾ ਪੈਣਾ, ਪੈ ਕੇ। ਹਾਂਜੀ, ਜੋ ਨੀਕਸ। ਨੀਕਸ ਦਾ ਮਤਲਬ ਹੁੰਦਾ ਨਿਕਲ ਜਾਣਾ। ਅੱਛਾ, ਬਲਿਹਾਰੀ ਦਾ ਮਤਲਬ ਕੁਰਬਾਨ, ਕਿ ਮੈਂ ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਭਗਤ ਕਬੀਰ ਜੀ ਕਹਿ ਰਹੇ ਨੇ ਕਿ ਜਿਹੜੇ ਇਸ ਸੰਸਾਰ ਦੇ ਵਿੱਚ ਜਨਮ ਤੇ ਲੈਂਦੇ ਨੇ ਲੇਕਿਨ ਵਿਕਾਰਾਂ ਦੇ ਵਿੱਚ ਨਹੀਂ ਡਿੱਗਦੇ, ਸਗੋਂ ਇਸ ਦੁਨੀਆ ਦੇ ਵਿੱਚ ਬੇਦਾਗ ਜ਼ਿੰਦਗੀ ਜੀਂਦੇ ਨੇ, ਗੁਣਾ ਵਾਲੀ ਜ਼ਿੰਦਗੀ। ਅੱਛਾ ਜੀ, ਥੈਂਕ ਯੂ ਜੀ। ਧੰਨਵਾਦ। ਠੀਕ ਹੈ ਜੀ, ਧੰਨਵਾਦ। ਤੇ ਸੰਤੋਖ ਸਿੰਘ ਰਾਏ ਜੀ, ਤੁਸੀਂ ਗੱਲ ਕਰੋ। ਜੇ ਹੋਰ ਕਿਸੇ ਨੇ ਵੀ ਗੱਲ ਕਰਨੀ ਹੈ ਤਾਂ ਅਨਮਿਊਟ ਹੋ ਜਾਓ, ਨਹੀਂ ਤਾਂ ਸਮਾਪਤੀ ਕਰ ਦਿਓ। ਗਿਆਨੀ ਜੀ, ਮੈਂ ਤਾਂ ਸਿਰਫ ਇੰਨਾ ਪੁੱਛਣਾ, ਜਿਹੜੀ ਆਪਾਂ ਗੁਰੂ ਘਰਾਂ 'ਚ ਅਰਦਾਸ ਕਰੀ ਦੀ ਹੈ ਸੁਬਾਹ ਸ਼ਾਮ, ਉਹਦੇ ਕਦੀ ਅਰਥ ਆਪਾਂ ਕੀਤੇ ਜਾਂ ਕਦੇ ਕਰੋਗੇ ਤੁਸੀਂ? ਸਮਝਾਓਗੇ? ਕਬੀਰ ਫਰੀਦ ਜੀ ਦੇ ਸ਼ਲੋਕਾਂ ਤੋਂ ਬਾਅਦ ਆਪਾਂ ਫਿਰ ਵਿਚਾਰ ਲਵਾਂਗੇ, ਜਿਵੇਂ ਸੰਗਤ ਦਾ ਵਿਚਾਰ ਤੁਹਾਡਾ ਹੋਏਗਾ। ਸਤਿਵਚਨ ਜੀ, ਸਤਿਵਚਨ। ਠੀਕ ਹੈ ਜੀ, ਧੰਨਵਾਦ ਜੀ। ਠੀਕ ਹੈ ਜੀ, ਹੁਣ ਮੇਰਾ ਖਿਆਲ ਹੁਣ ਤਾਂ ਕੋਈ ਵੀ ਹੈ ਨਹੀਂ ਹੋਰ ਅਨਮਿਊਟਡ। ਇਹਦਾ ਮਤਲਬ ਕਿ ਤੁਸੀਂ ਸਾਰੇ ਸਭ ਨੂੰ ਤਸੱਲੀ ਹੈ ਜੀ। ਤੇ ਅਸੀਂ ਇੱਥੇ ਸਮਾਪਤੀ ਕਰ ਦਿੰਦੇ ਜੀ, ਫਿਰ ਆਪਾਂ ਕੱਲ ਨੂੰ ਫਿਰ ਮੁੜ ਕੇ ਆਵਾਂਗੇ। ਤੇ ਕੱਲ ਨੂੰ ਮੰਗਲਵਾਰ, ਹਾਂਜੀ, ਤੇ ਕੱਲ ਨੂੰ 1 ਵਜੇ ਮੁੜ ਕੇ ਇੱਥੇ ਫੇਰ ਆ ਰਹੇ ਹਾਂ ਜੀ। ਤੇ ਉੱਤੇ ਛੁੱਟੀਆਂ ਲਓ ਜੀ, ਸਾਰੇ ਜਣੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।